वाहिगुरु जी। बसंत महला पहला। दुविधा दुर्मत अंधली कार। मनमुख भरमै मज गुबार। दुविधा दुर्मत अंधली कार। मनमुख भरमै मज गुबार। मन अंधला अंधली मत लागै। गुर करणी बिन भरम न भागै। रहाओ मनमुख अंधले गुर मत न पाई। पशु पे अभिमान न जाय। लख 84 ही जंत उपाय। मेरे ठाकुर पाणे सिरज समाय। सगली भूलै नहीं शब्द आचार। सो समझै जिस गुर करतार। गुर के चाकर ठाकुर पाणे। बख्श लिए नाही जमकाने। जिनकै हृदय एको पाया। गुर मेले भरम चुकाया। आपे मेले भरम चुकाया। बेमुताज बेअंत अपारा। सच भतीजै करनै हारा। नानक भूले गुर समझावै। एक दिखावै साच टिकावै। नानक भूले गुर समझावै। एक दिखावै साच टिकावै। वाहिगुरु जी का खालसा वाहिगुरु जी की फतेह। सर्व सुखां दे दाते सतगुरु चवर छत्र तख्त दे मालिक बाणी दे बोहित जुगो जुग अटल धन श्री गुरु ग्रंथ साहिब जी की पावन पवित्र हजूरी विच सुभाईमान परम सत्कारयोग गुरु रूप खालसा साध संगत जीओ। परम पिता वाहिगुरु जी की बख्शिश सदका अमृत वेले गुरु हजूरी विच बैठण दा सुभाग प्राप्त होया है। गुरबाणी का मनोहर कीर्तन गुरु के कीर्तनी आप जी नूं सरवण करा रहे सन। धन श्री गुरु ग्रंथ साहिब जी की पवित्र बाणी की विचार जो हर रोज़ आप जी सरवण करते हो, उस दे नाल संबंधित सतगुरु जी के ये अमोल बचन बसंत राग विचों आप जी सरवण कर रहे सी। अज दा ये मुख वाक गुरु नानक साहिब जी का बख्शिश किया हुआ है, जिस अंदर सतगुरु सच्चे पातशाह जी ने मनुखी सुभाव का वर्णन किया है। मनुख जिंदगी अंदर आप मत करके अन्ना है, परमात्मा ने इन्हू मनुख बनाए है, पर मत ना होने करके करनी ना होने करके ये मनुखता के पद्धर तो डिग गया। सतगुरु जी ने कहना पिया कि करतूत पशु की मानस जात है। यदि जिहड़ी करनी है करतूत है ये पशुओं वाली है। करनी मनुख की उहो जी बनती है जिहो जी मनुख की मत होवे। श्रीमद भगवत गीता च एक बचन लिखे है कि सानू अपना मन जिहड़ा मत दे अधीन रखना चाहिए ते मत गुरु पासों लैनी चाहिए है। जो असी गुरु पासों मत लैके मन नूं चलावांगे, मन हमेशा ही इंसानियत वाल वधेगा, रबता वाल वधेगा, परमात्मा वाल वधेगा।
ਉੱਚੀ ਮੱਤ ਮਨੁੱਖ ਨੂੰ ਉੱਚੀਆਂ ਕਰ ਦਿੰਦੀ। ਗੁਰੂ ਕੇ ਬਚਨ ਕੇ ਉੱਤਮ ਸੰਗਤ ਉੱਤਮ ਹੋਵੇ। ਪਰ ਜੇਕਰ ਮਨੁੱਖ ਦੀ ਮੱਤ ਨੀਵੀਂ ਹੈ ਤੇ ਮਨ ਜਿਹੜਾ ਉਹ ਨੀਵੇਂ ਪਾਸੇ ਜਾਏਗਾ। ਗੁਰਬਾਣੀ 'ਚ ਵਾਰ-ਵਾਰ ਕਿਹਾ, ਗੁਰ ਕੀ ਮੱਤ ਤੂੰ ਲੈ ਇਆਨੇ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਬੰਦਿਆ ਤੂੰ ਇਆਣਾ ਹੈ, ਤੂੰ ਮਹਾਨ ਨਹੀਂ ਹੈ, ਤੇਰੀ ਮੱਤ ਚੰਚਲ ਹੈ। ਤੂੰ ਮੱਤ ਗੁਰੂ ਪਾਸੋਂ ਗ੍ਰਹਿਣ ਕਰ। ਗੁਰੂ ਦੀ ਮੱਤ ਤੋਂ ਬਿਨਾ, ਵਾਹਿਗੁਰੂ ਜੀ ਦੀ ਭਗਤੀ ਤੋਂ ਬਿਨਾ ਬੜੇ ਬੜੇ ਉਹ ਲੋਕ ਜਿਹੜੇ ਕਹਿੰਦੇ ਅਸੀਂ ਬੜੇ ਅਕਲਾਂ ਵਾਲੇ ਆ, ਬੜੇ ਸਿਆਣੇ ਆ, ਉਹ ਇਸ ਭਉ ਸਾਗਰ ਅੰਦਰ ਡੁੱਬ ਗਏ। ਮਨ ਜਿਹੜਾ ਹੈ ਜੋ ਕਰਨੀ ਕਰੇਗਾ ਉਹ ਇਸ ਨੂੰ ਭਰਨੀ ਪੈਣੀ ਹੈ। ਪਰਮਾਤਮਾ ਦਾ ਇੱਕ ਨਿਯਮ ਹੈ ਜਿਹਨੂੰ ਕੋਈ ਬਦਲ ਨਹੀਂ ਸਕਦਾ, ਨਾ ਅੱਜ ਤੱਕ ਬਦਲ ਸਕਿਆ। ਉਹ ਨਿਯਮ ਇਹ ਹੈ ਕਿ ਅੱਗੇ ਕਰਨੀ ਕੀਰਤ ਵਾਚੀਏ ਬੈ ਲੇਖਾ ਕਰ ਸਮਝਾਇਆ। ਪਰਮਾਤਮਾ ਦੇ ਦਰ ਤੇ ਕਰਨੀ ਦੀ ਵਿਚਾਰ ਹੁੰਦੀ ਹੈ। ਇਹ ਵਿਚਾਰ ਨਹੀਂ ਹੁੰਦੀ ਕਿ ਮੈਂ ਕੀ ਇੱਥੇ ਖਾਂਦਾ ਰਿਹਾ, ਕਿਹੋ ਜਿਹੇ ਕੱਪੜੇ ਪਾਉਂਦਾ ਰਿਹਾ, ਕਿਹੋ ਜਿਹੇ ਘਰ 'ਚ ਰਿਹਾ, ਕਿਹੋ ਜਿਹੇ ਰੁਤਬੇ ਤੇ ਰਿਹਾ। ਵਿਚਾਰ ਹੁੰਦੀ ਕਿ ਮਨੁੱਖ ਦੀ ਕਰਨੀ ਕਿਹੋ ਜਿਹੀ ਹੈ। ਬਾਬਾ ਨਾਨਕ ਜੀ ਦਾ ਇੱਕ ਪਵਿੱਤਰ ਬਚਨ ਹੈ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰ ਚਲਾਏ ਤਿਉਂ ਚਲੀਏ, ਤਉਗੁਣ ਨਾਹੀ ਅੰਤ ਹਰੇ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਕਰਨੀ ਕਾਗਦ, ਇਹ ਜਿਹੜੀ ਕਰਨੀ ਹੈ ਨਾ, ਜੋ ਕਿਰਦਾਰ ਸਾਡਾ ਜੋ ਅਸੀਂ ਕੰਮ ਕਰਦੇ, ਇਹ ਕਾਗਜ਼ ਦੀ ਨਹੀਂ ਹੈ। ਮਨ ਮਸਵਾਣੀ, ਮਨ ਜਿਹੜਾ ਉਹ ਇੱਕ ਸਿਆਹੀ ਦੀ ਦੁਆਤ ਵਾਂਗੂ ਹੈ। ਤੇ ਜੋ ਅਸੀਂ ਆਪਣੇ ਮਨ ਦੇ ਨਾਲ ਕਰਨੀ ਕਰਦੇ ਹਾਂ, ਉਹ ਭਾਵੇਂ ਭਲੀ ਹੈ ਭਾਵੇਂ ਬੁਰੀ, ਉਹ ਸਾਡੇ ਲੇਖ ਬਣਦੇ ਜਾਂਦੇ ਨੇ। ਲੇਖ ਮਨੁੱਖ ਨੇ ਆਪ ਲਿਖਣੇ ਨੇ। ਅੱਜ ਤੋਂ ਪਹਿਲਾਂ ਜੋ ਕੁਝ ਅਸੀਂ ਕੀਤਾ ਉਹ ਸਾਡੇ ਲਿਖੇ ਹੋਏ ਲੇਖ ਨੇ, ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ, ਉਹ ਸਾਨੂੰ ਭੋਗਣੇ ਪੈਣੇ ਨੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਕਰਨੀ ਦੇ ਨਾਲ ਹੀ ਅਸੀਂ ਉੱਚੇ ਉੱਠਾਂਗੇ। ਜਹ ਕਰਨੀ ਤੈ ਪੂਰੀ ਮਤ, ਕਰਨੀ ਬਾਝੋਂ ਘਟੇ ਘਟ। ਜਿਸ ਮਨੁੱਖ ਦੇ ਅੰਦਰ ਉੱਚੀ ਕਰਨੀ ਹੈ ਉਹੀ ਮਹਾਨ ਗਿਣਿਆ ਜਾਏਗਾ, ਉਹੀ ਸਿਆਣਾ ਗਿਣਿਆ ਜਾਏਗਾ। ਜੇ ਮਨੁੱਖ ਦੀ ਕਰਨੀ ਵਧੀਆ ਨਹੀਂ ਹੈ, ਸਤਿਗੁਰੂ ਜੀ ਕਹਿੰਦੇ ਮਨੁੱਖ ਘਾਟੇ 'ਚ ਰਹੇਗਾ। ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਨੇ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਬੰਦੇ ਜ਼ਿੰਦਗੀ 'ਚ ਉਸ ਪ੍ਰਮਾਤਮਾ ਨੂੰ ਚੇਤੇ ਕਰ, ਜਿਹੜਾ ਪ੍ਰਮਾਤਮਾ ਮ੍ਰਿਤਕ ਕੋ ਜੀਵਾਲਨ ਹਾਰ, ਭੁੱਖੇ ਕੋ ਦੇਵਤ ਆਧਾਰ, ਸਭ ਜਾਣ ਜਾ ਕੇ ਦ੍ਰਿਸ਼ਟੀ ਮਾਹੀ। ਉਸ ਪ੍ਰਮਾਤਮਾ ਨੂੰ ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਇਹ ਕਰਨੀ। ਸਭ ਤੋਂ ਉੱਚੀ ਤੇ ਮਹਾਨ ਕਰਨੀ ਇਹ ਹੈ ਕਿ ਤੂੰ ਪ੍ਰਮਾਤਮਾ ਨੂੰ ਚੇਤੇ ਕਰ, ਪ੍ਰਭੂ ਨੂੰ ਚੇਤੇ ਕਰ। ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਰ-ਵਾਰ ਕਰਨੀ ਤੇ ਜ਼ੋਰ ਦਿੱਤਾ ਹੈ। ਬਾਬਾ ਨਾਨਕ ਜੀ ਨੂੰ ਮੱਕੇ ਦੇ ਹਾਜੀ ਕਹਿੰਦੇ ਨੇ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ, ਤੇ ਸਤਿਗੁਰੂ ਜੀ ਨੇ ਇੱਕੋ ਜਵਾਬ ਦਿੱਤਾ ਸੀ, ਸੁਭ ਅਮਲਾਂ ਬਾਝੋਂ ਦੋਨੋਂ ਰੋਈ। ਜੇ ਕਰਨੀ ਠੀਕ ਨਹੀਂ ਹੈ, ਅਮਲ ਠੀਕ ਨਹੀਂ ਹੈ, ਤੇ ਸਾਰਿਆਂ ਨੂੰ ਹੀ ਰੋਣਾ ਪਏਗਾ, ਭਾਵੇਂ ਉਹ ਕੋਈ ਵੀ ਹੋਏ। ਗੁਰਮਤਿ ਸਾਨੂੰ ਕਰਨੀ ਦੀ ਗੱਲ ਕਰਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਉਹ ਭਾਈ ਜੋ ਤੁਹਾਨੂੰ ਗੁਰੂ ਕਹਿੰਦਾ ਨਾ ਉਹ ਕੰਮ ਕਰੋ। ਤੁਸੀਂ ਗੁਰੂ ਦੇ ਦੱਸੇ ਕੰਮਾਂ ਤੋਂ ਭੱਜਦੇ ਕਿਉਂ ਹੋ? ਸਾਡਾ ਇੱਕ ਸੁਭਾਅ ਹੈ ਕਿ ਅਸੀਂ ਗੁਰੂ ਦੇ ਦਿੱਤੇ ਲਿਬਾਸ ਨੂੰ ਤੇ ਧਾਰਨ ਕਰਨਾ ਚਾਹੁੰਦੇ ਹਾਂ। ਗੁਰੂ ਦੀ ਬਾਣੀ ਦਾ ਪਾਠ ਵੀ ਆਪਾਂ ਕਰਨਾ ਚਾਹੁੰਦੇ ਹਾਂ, ਲੇਕਿਨ ਗੁਰਬਾਣੀ ਜੋ ਕਹਿੰਦੀ ਹੈ ਉਹਨੂੰ ਜਿੰਨਾ ਚਿਰ ਅਸੀਂ ਕਰਾਂਗੇ ਨਹੀਂ, ਉਹਨਾਂ ਦੇ ਅਸੀਂ ਗੁਰੂ ਦੀ ਪ੍ਰਭੂ ਦੀ ਰਹਿਮਤ ਦੇ ਪਾਤਰ ਨਹੀਂ ਬਣ ਸਕਾਂਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰ ਕੀ ਕਰਨੀ ਕਾਹੇ ਤਾਓ। ਜੋ ਗੁਰੂ ਕਹਿੰਦਾ ਹੈ ਉਹਦੇ ਤੋਂ ਭੱਜੋ ਨਾ, ਗੁਰੂ ਦੇ ਦੱਸੇ ਮਾਰਗ ਤੇ ਚੱਲੋ। ਜੋ ਗੁਰੂ ਨੇ ਕਿਹਾ ਉਹ ਸਾਡੇ ਭਲੇ ਲਈ ਕਿਹਾ। ਗੁਰੂ ਰਾਮਦਾਸ ਜੀ ਮਹਾਰਾਜ ਦੇ ਪਵਿੱਤਰ ਬਚਨ ਆਪਾਂ ਪੜ੍ਹਦੇ ਹਾਂ ਕਿ ਜੋ ਗੁਰ ਕਹੈ ਸੋਈ ਭਲ ਮਾਨੈ। ਜੋ ਗੁਰੂ ਕਹਿੰਦਾ ਉਹਨੂੰ ਭਲਾ ਸਮਝੋ, ਗੁਰੂ ਦੇ ਭਾਣੇ ਵਿੱਚ ਚੱਲੋ, ਗੁਰੂ ਦੀ ਜੋ ਉਪਦੇਸ਼ ਦਿੱਤਾ ਉਸ ਅਨੁਸਾਰ ਆਪਣੀ ਕਰਨੀ ਨੂੰ ਬਣਾ ਲਓ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਜ ਦੇ ਇਸ ਮੁੱਖ ਵਾਕ ਰਾਹੀਂ ਸਾਡੀ ਕਰਨੀ ਦੀ ਗੱਲ ਕਰਦੇ ਹਾਂ ਕਿ ਸਾਡਾ ਮਨ ਜਿਹੜਾ ਹੈ ਨਾ, ਉਹ ਅੰਨੀ ਮਤ ਦਾ ਧਾਰਨੀ ਬਣ ਕੇ ਅੰਨੇ ਕਰਮ ਕਰੀ ਚਲੀ ਜਾ ਰਿਹਾ, ਅਗਿਆਨਤਾ 'ਚ ਕਰਮ ਕਰੀ ਜਾ ਰਿਹਾ, ਔਰ ਇਸੇ ਕਰਕੇ ਇਹ ਦੁਖੀ ਹੈ। ਦੁੱਖ ਪ੍ਰਮਾਤਮਾ ਨੇ ਕੋਈ ਨਹੀਂ ਬਣਾਇਆ, ਦੁੱਖ ਤੇ ਮਨੁੱਖ ਦੇ ਆਪਣੇ ਕੀਤੇ ਹੋਏ ਕੰਮਾਂ 'ਚੋਂ ਪੈਦਾ ਹੁੰਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਆਪਾਂ ਸੁੱਖ ਚਾਹੁੰਦੇ ਹਾਂ, ਫਿਰ ਆਪਾਂ ਗੁਰੂ ਦੀ ਦਿੱਤੀ ਹੋਈ ਕਿਰਤਕਾਰ ਕਰੀਏ, ਗੁਰੂ ਨੇ ਜੋ ਮਾਰਗ ਦਿੱਤਾ ਉਹਦੇ ਤੇ ਚੱਲੀਏ। ਜਦੋਂ ਗੁਰੂ ਦੇ ਮਾਰਗ ਤੇ ਚੱਲ ਕੇ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ,
ਵਾਹਿਗੁਰੂ ਜੀ ਦੀ ਰਹਿਮਤ ਦੇ ਪਾਤਰ ਬਣ ਜਾਵਾਂਗੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਜ ਦੇ ਇਸ ਪਵਿੱਤਰ ਮੁਖ ਵਾਕ ਦੇ ਰਾਹੀਂ ਜੋ ਗਿਆਨ ਸਾਨੂੰ ਬਖਸ਼ ਰਹੇ ਨੇ, ਆਓ ਆਪਾਂ ਮਿਲ ਕੇ ਸਤਿਗੁਰੂ ਜੀ ਦੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਗੁਰੂ ਪਿਆਰ ਵਿੱਚ ਜੁੜਦੇ ਆ, ਮਨ ਬਿਰਤੀਆਂ ਨੂੰ ਟਿਕਾਉਂਦੇ ਆ, ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹਿਲਾ ਪਹਿਲਾ। ਦੁਬਤਾ ਦੁਰਮਤ ਅੰਧਲੇ ਕਾਰ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਹ ਅਮੋਲ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1190 ਤੇ ਸੁਭਾਈਮਾਨ ਨੇ। ਸਤਿਗੁਰੂ ਜੀ ਨੇ ਜੋ ਮੁੱਖ ਪੰਕਤੀਆਂ ਨੇ ਜਿਨ੍ਹਾਂ 'ਚ ਮੇਨ ਮਕਸਦ ਅੰਕਿਤ ਹੈ ਰਹਾਉ ਵਾਲੀਆਂ, ਉੱਥੇ ਬਚਨ ਕਿ ਮਨ ਅੰਧਲਾ ਅੰਧਲੀ ਮਤ ਲਾਗੈ। ਮਨ ਤਾਂ ਅੰਨਾ ਹੈ, ਮਨ ਤਾਂ ਸਿਆਣਾ ਨਹੀਂ ਹੈ, ਮਨ ਜਜ਼ਬਾਤੀ ਹੈ, ਮਨ ਚੰਚਲ ਹੈ, ਤੇ ਮਨ ਅੰਧਲਾ ਜਿਹੜਾ ਨਾ ਉਹ ਅੰਧਲੀ ਮਤ ਦੇ ਮਗਰ ਹੀ ਚੱਲਦਾ ਹੈ, ਨੀਵੇਂ ਪਾਸੇ ਹੀ ਜਾਂਦਾ ਹੈ, ਉੱਚੀ ਮਤ ਅਖਤਿਆਰ ਨਹੀਂ ਕਰਦਾ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਬਚਨ ਕਹੇ ਨੇ ਕਿ ਸਾਡੀ ਮਤ ਥੋੜੀ ਹੈ, ਅਸੀਂ ਕੋਈ ਸਿਆਣੀ ਨਹੀਂ ਹੈ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਅਸੀਂ ਹਮੇਸ਼ਾ ਹੀ ਅਧੂਰੇ ਹਾਂ। ਜਿੰਨੇ ਮਰਜ਼ੀ ਅਸੀਂ ਪੜ੍ਹ ਜਾਈਏ, ਡਿਗਰੀਆਂ ਲੈ ਲਈਏ, ਜਿੰਨੇ ਮਰਜ਼ੀ ਅਸੀਂ ਧਾਰਮਿਕ ਕਰਮ ਕਰ ਲਈਏ, ਜਿੰਨਾ ਚਿਰ ਗੁਰੂ ਕੀ ਮਤ ਸਾਡੇ ਹਿਰਦੇ 'ਚ ਨਹੀਂ ਵਸਦੀ, ਗੁਰੂ ਕੀ ਮਤ ਦੇ ਮਗਰ ਨਹੀਂ ਅਸੀਂ ਚੱਲਦੇ, ਉਹਨਾਂ ਚਿਰ ਅਸੀਂ ਅਧੂਰੇ ਹਾਂ। ਹੁਣ ਸਾਡੀ ਮਤ ਅਧੂਰੀ ਹੈ, ਮਤ ਅੰਨੀ ਹੈ, ਤੇ ਮਨ ਨੇ ਵੀ ਅੰਨੇ ਕੰਮ ਕਰਨੇ ਨੇ, ਅੰਨਿਆਂ ਵਾਂਗੂ ਤੁਰਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਮਨ ਜਿਹੜਾ ਹੈ ਨਾ ਅੰਧਲੀ ਮਤ ਮਗਰ ਲੱਗ ਕੇ ਅੰਧੇ ਕਰਮ ਕਰਦਾ ਹੈ, ਉਹ ਕਰਮ ਕਰਦਾ ਜਿਹਦੇ 'ਚ ਨੂੰ ਦੁੱਖ ਮਿਲੇ। ਗੁਰ ਕਰਨੀ ਬਿਨ ਭਰਮ ਨਾ ਭਾਗੇ। ਜਿੰਨਾ ਚਿਰ ਇਹ ਗੁਰੂ ਦੀ ਦੱਸੀ ਕਰਨੀ ਨਹੀਂ ਕਰਦਾ, ਉਹਨਾਂ ਚਿਰ ਦੇ ਅੰਦਰ ਭਰਮ ਭਟਕਣਾ ਮੁੱਕ ਨਹੀਂ ਸਕਦੀ। ਅੰਧਲੀ ਮਤ ਮਗਰ ਲੱਗ ਕੇ ਮਨ ਜਿਹੜਾ ਭਟਕ ਰਿਹਾ ਹੈ, ਭਰਮ ਰਿਹਾ ਹੈ, ਖੁਆਰ ਹੋ ਰਿਹਾ ਹੈ। ਇਸ ਭਰਮ ਭਟਕਣਾ ਤੋਂ ਮੁਕਤ ਹੋਣ ਦਾ ਤਰੀਕਾ ਹੈ ਗੁਰੂ ਨੇ ਜੋ ਉਪਦੇਸ਼ ਦਿੱਤਾ ਉਹ ਹਿਰਦੇ 'ਚ ਵਸਾਈਏ, ਗੁਰੂ ਕੀ ਕਰਨੀ ਅਨੁਸਾਰ ਜੀਵਨ ਬਤੀਤ ਕਰੀਏ। ਜਦੋਂ ਅਸੀਂ ਗੁਰੂ ਦੇ ਦੱਸੇ ਮਾਰਗ ਤੇ ਚੱਲਾਂਗੇ, ਸਾਡਾ ਮਨ ਆਪਣੇ ਆਪ ਟਿਕਦਾ ਚੱਲਿਆ ਜਾਏਗਾ। ਗੁਰੂ ਸ਼ਬਦ ਨਾਲ ਜੁੜ ਕੇ ਮਨੁੱਖ ਦੀ ਭਟਕਣਾ ਮੁੱਕਦੀ ਚਲੀ ਜਾਏਗੀ, ਅਗਿਆਨਤਾ ਮੁੱਕਦੀ ਚਲੀ ਜਾਏਗੀ। ਗੁਰੂ ਕੇ ਬਚਨ ਮਨੁੱਖ 'ਚੋਂ ਅਗਿਆਨਤਾ ਵੀ ਕੱਟਦੇ ਨੇ, ਗੁਰੂ ਕੇ ਬਚਨ ਮਨੁੱਖ ਦੇ ਮਨ ਨੂੰ ਟਿਕਾ ਵੀ ਬਖਸ਼ਿਸ਼ ਕਰਦੇ ਨੇ। ਇਸ ਕਰਕੇ ਸਾਹਿਬ ਜੀ ਕਹਿੰਦੇ ਭਾਈ ਸਾਡਾ ਮਨ ਤੇ ਅੰਨਾ ਹੈ ਤੇ ਅੰਨੇ ਕੰਮ ਕਰੀ ਚਲੀ ਜਾਂਦਾ, ਅੰਨੀ ਮਤ ਮਗਰ ਲੱਗ ਕੇ। ਜਿੰਨਾ ਚਿਰ ਇਹ ਗੁਰੂ ਦੀ ਦੱਸੀ ਕਰਨੀ ਨਹੀਂ ਕਮਾਉਂਦਾ, ਉਹਨਾਂ ਚਿਰ ਦੇ ਭਰਮ ਭੁਲੇਖੇ ਮਿਟਣੇ ਨਹੀਂ ਹੈ, ਉਹਨਾਂ ਚਿਰ ਟਿਕਣਾ ਨਹੀਂ ਹੈ। ਤੇ ਸਤਿਗੁਰੂ ਜੀ ਨੇ ਆਰੰਭ ਤੋਂ ਬਚਨ ਕਹੇ ਕਿ ਦੁਬਦਾ ਦੁਰਮਤ ਅੰਧਲੀ ਕਾਰ। ਮਨੁੱਖ ਦਾ ਮਨ ਜਿਹੜਾ ਨਾ ਦੁਰਮਤ ਮਗਰ ਲੱਗ ਕੇ, ਦੁਰਮਤ ਦਾ ਅਰਥ ਹੁੰਦਾ ਖੋਟੀ ਮਤ, ਮਾੜੀ ਮਤ। ਇੱਕ ਹੁੰਦੀ ਗੁਰਮਤ, ਇੱਕ ਹੁੰਦੀ ਹੈ ਦੁਰਮਤ। ਭਾਈ ਗੁਰਦਾਸ ਜੀ ਨੇ ਬਚਨ ਕਿ ਦੁਰਮਤ ਦੁਬਦਾ ਭਰਮਤ ਚਤਰ ਕੁੰਠ। ਗੁਰਮਤ ਏਕ ਟੇਕ ਮੌਨ ਨਾ ਬਕਤ ਹੈ। ਸਾਡਾ ਮਨ ਜਿਹੜਾ ਹੈ ਨਾ ਦੁਰਮਤ ਮਗਰ ਲੱਗ ਕੇ ਦੁਬਦਾ 'ਚ ਪੈ ਕੇ ਚੌਂ ਕੁੰਟਾਂ 'ਚ ਭਟਕ ਰਿਹਾ। ਪਰ ਜਦੋਂ ਗੁਰਮਤ ਨਾਲ ਜੁੜੇਗਾ ਫਿਰ ਇਹਦੀ ਟੇਕ ਇੱਕ ਪਰਮਾਤਮਾ ਹੋਏਗੀ, ਫਿਰ ਇਹਦੀ ਭਟਕਣਾ ਮੁੱਕ ਜਾਏਗੀ। 3-4 ਉਦਾਹਰਨਾਂ ਦਿੱਤੀਆਂ ਮਾਨਯੋਗ ਭਾਈ ਸਾਹਿਬ ਜੀ ਨੇ। ਕਹਿਣਗੇ ਜਿਵੇਂ ਪਵਨ ਗਵਨ ਜੈਸੇ ਗੁੱਡੀਆ ਉਡਤ ਰਹਿ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਹਵਾ ਚੱਲਣ ਨਾਲ ਪਤੰਗ ਉੱਡਦੀ ਹੈ ਨਾ, ਹਵਾ ਨਾ ਚੱਲੇ ਫਿਰ ਪਤੰਗ ਨਹੀਂ ਉਡਾਈ ਜਾ ਸਕਦੀ। ਜਿਵੇਂ ਹਵਾ ਚੱਲਣ ਨਾਲ ਗੁੱਡੀ ਉੱਡਦੀ ਹੈ, ਪਤੰਗ ਉੱਡਦੀ ਹੈ, ਹਵਾ ਤੋਂ ਬਿਨਾਂ ਪਤੰਗ ਨਹੀਂ ਉੱਡਦੀ, ਇਵੇਂ ਮਨੁੱਖ ਦਾ ਮਨ ਦੁਰਮਤ ਕਰਕੇ ਭਟਕਦਾ ਹੈ। ਜੇ ਦੁਰਮਤ ਨਾ ਹੋਏ ਫਿਰ ਨਹੀਂ ਭਟਕੇਗਾ। ਇੱਕ ਹੋਰ ਗੱਲ ਕਿ ਕੰਚਨ ਅਸੁੱਧ ਜਿਉ ਕੁਠਾਰੀ ਠਹਿਰਾਤ ਨਹੀਂ, ਸ਼ੁੱਧ ਪਏ ਸ਼ਬ ਕੇ ਸ਼ਕਤ ਹੈ। ਜਿੰਨਾ ਚਿਰ ਸੋਨੇ ਵਿੱਚ ਖੋਟ ਹੈ ਉਹਨਾਂ ਚਿਰ ਹੀ ਉਹ ਕੁਠਾਲੀ 'ਚ ਭਟਕਦਾ ਹੈ। ਜਦੋਂ ਉਹ ਸ਼ੁੱਧ ਹੋ ਜਾਂਦਾ ਹੈ, ਚੋਂ ਖੋਟ ਮਿਟ ਜਾਂਦੀ ਹੈ, ਫਿਰ ਐਨ ਟਿਕ ਜਾਂਦਾ ਹੈ। ਇਸ ਤਰ੍ਹਾਂ ਕਹਿਣਗੇ ਦੁਰਮਤ ਦੁਬਦਾ ਭਰਮਤ ਹੈ ਚਤਰ ਕੁੰਟ। ਮਨੁੱਖ ਦਾ ਮਨ ਦੁਰਮਤ ਕਰਕੇ ਦੁਬਦਾ ਵਿੱਚ ਹੈ। ਜਦੋਂ ਦੁਰਮਤ ਮਿਟ ਗਈ, ਗੁਰਮਤ ਹਿਰਦੇ 'ਚ ਵਸ ਗਈ,
गुरमत एक टेक, गुरु दी मत रही एक परमात्मा दी टेक लै लैंदा है मन, फिर मौन ना बकत है, ऐन शांत हो जाता है, यदि भटकना मुक जाती है। सतगुरु साहब जी कहते दुबदा दुरमत अंधली कार, दुरमत करके मनुख दा मन दुबदा विच है, खुवार हो रहा है। और इस दुरमत करके मनुख जो काम करता है ना, अंधली कार, अन्निया वाले काम करता है, कोई सियाणे वाले काम नहीं करता। हुण जो कुछ मनुखी समाज च वापरे है, ये मनुख की करनी तो नहीं ना। मनुख मनुख नाल लड़े, मनुख धर्म के नां ते लड़े, मनुख दूसरिਆਂ का नुकसान करे, ये मनुख के कर्म नहीं है। इथों तक कि पशु भी ये कर्म नहीं करते जो मनुख ने करने शुरू कर देते। सतगुरु जी कहते ये दुरमत करके, खोटी मत करके, दुविधा च पै के मनुख जो काम कर रहा वो अन्नियां वाले काम कर रहा, कुछ सियाणियां वाले नहीं कर रहे। क्योंकि जदों बंदे नूं नज़र ना आउंदा होए तो उन्होंने फिर रस्ते का पता नहीं होंदा, टोए च डिग पैंदा, उन्होंने नज़र नहीं आया। मनुख की मत अन्नी है ते अन्नी मत मगर लग के जो कर्म करता है वही ये दुखों का कारण बनते हैं, होर कोई दुखों का कारण नहीं है। परमात्मा कभी किसी को दुख दिंदा ही नहीं, वो क्यों दुख देगा। उन्हें तो जिंदगी सानू इन्नी अमोल दिती है, इन्ने महान पदार्थ सानू वरतन दिते ने, वो तो दिन रात साडी संभाल करदा है, तो वो सानू क्यों दुख देगा। दुखों का कारण कि साडी मत जिहड़ी है वो अन्नी है, वो थोड़ी है, ते असी वो दुविधा च पै के कर्म माड़े करी जाने आ, साडी कार भी अन्नियां वाली है। फिर मन मुख भरमे मज गुबार, मन दी मत मगर चलन वाला प्राणी। गुबार का अर्थ होंदा घोर हनेरा, आप कहने बड़ा ऐन गुबार मचिया पे, गुबार में ना घोर हनेरा। मन दी मत मगर चलन वाला प्राणी अन्ने कर्म करदा होया इस घोर हनेरे विच फस जाता है, दुखों के हनेरे च फस जाता है, भरम भटकना च फस जाता है, ये चो अपने यतन नाल नहीं निकल सकता। मन अंधला अंधली मत लागै, गुर करनी बिन भरम न भागै। साडा मन अन्ना सियाणा नहीं है ते अन्नी मत मगर लग के इहो जिहे कर्म करता है कि सारी जिंदगी भटकदा रहिंदा है। जिन्ना चिर ये गुरु की करनी नहीं कमाएगा, गुरु के दसे बचना ते नहीं चलेगा, उन्ना चिर इहदी भटकना मुकनी नहीं है, उन्ना चिर इहदे दुख दूर नहीं होने। रहाओ मनमुख अंधले गुरमत ना पाए। सतगुरु नानक साहब जी कहते कि मन की मत मगर चलने वाले प्राणी अन्ने होंदे ने, अन्ने अन्ने अर्थात कि उन्हां कोल ज्ञान दे नेत्र नहीं होंदे। जिवें किसी कोल अखां ना होण उहनूं नज़र नहीं आउंदा, मनमुख दे कोल ज्ञान नहीं हुंदा तो उन्हें पता ही नहीं चंगे माड़े दा, वो जो कुछ करता उन्होंने चंगा समझदा। इस करके मनमुख अन्नियां वाले कर्म करता है तो गुरमत उन्होंने चंगी नहीं लगती। गुरमत ना भाई अर्थ के गुरमत उन्होंने भाउंदी नहीं है, गुरु की गल वो सुनना नहीं चाहता, वो गुरु नालों भी सियाणा बन जाता है, उन्होंने गुरमत चंगी नहीं लगती। यही कारण है कि पशु भये अभिमान न जाई। धन गुरु नानक साहब जी कहते कि इसे करके मनुख पशुआं वांगू जीव रहा, पशुआं वांगू। हंकार है ये अंदर, हंकार जिन्ना च रहेगा मनुख के कर्म पशुओं वर्गे रहणगे। सतगुरु जी ने अमृत बाणी च एक बचन किया कि असीं धरती ते आए हाँ, लेकिन जे सानू आउण दा पता ही नहीं, मकसद ही नहीं कि काहदे लई आए हैं। सानू जन्म दिता है परमात्मा ने, जिंदगी दी काहदे लई दिती, जे पता नहीं है तो फिर पशुआं च ते साडे च की अंतर है। सतगुरु जी के बचन कि आवन आए सृष्ट में बिन बूझे पशु ढोर। असीं धरती ते आए हैं पर किस कारण लिए आए हैं, की करन लई आए हैं, जिंदगी का मकसद की है, जे इनू नहीं समझिया तो असी पशु ढोर ही हाँ। फिर असी इवें जीव रहे जिवें पशु जीवते, उन्होंने भी कोई पता नहीं, अचेत ने, असी भी अचेत ही तुरे फिरते हैं। भाई गुरदास जी ने गल की कि पशु च ते मनुख च की फर्क है। पशुआ मनुख देह अंतर अंतर यह शब्द सुरत को विवेक अविवेक है।
ਪਸ਼ੂ ਤੇ ਮਨੁੱਖ 'ਚ ਅੰਤਰ ਇਹ ਹੈ ਕਿ ਮਨੁੱਖ ਕਈ ਤਰ੍ਹਾਂ ਦੇ ਸ਼ਬਦ ਬੋਲ ਸਕਦਾ ਹੈ, ਕਈ ਤਰ੍ਹਾਂ ਦੇ ਸ਼ਬਦ ਸੁਣ ਸਕਦਾ ਹੈ, ਵਿਚਾਰ ਸਕਦਾ ਹੈ, ਸਮਝ ਸਕਦਾ ਹੈ। ਸੁਰਤ ਹੈ ਇਹਦੇ ਕੋਲ, ਸੁਰਤ ਲਗਾਉਂਦਾ ਬੰਦਾ ਸਮਝ ਲੈਂਦਾ ਹੈ। ਕਹਿਣਗੇ ਪਸ਼ੂਆ ਸ਼ਬਦਹੀਨ ਜਿਹਵਾ ਨਾ ਬੋਲ ਸਕੈ, ਮਾਨਸ ਜਨਮ ਬੋਲੇ ਬਚਨ ਅਨੇਕ ਹੈ। ਪਸ਼ੂ ਕੋਲ ਉਹ ਜਿਹਵਾ ਨਹੀਂ ਜਿਹੜੀ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਬੋਲ ਸਕੇ। ਉਹ ਤੇ ਜੋ ਪਸ਼ੂ ਜਿਵੇਂ ਬੋਲਦੇ ਉਦਾਂ ਹੀ ਬੋਲੀ ਜਾਏਗਾ, ਜਿੱਥੇ ਮਰਜ਼ੀ ਚਲਿਆ ਜਾਏਗਾ ਉਹਦੀ ਬੋਲੀ ਉਹੀ ਰਹਿਣੀ ਹੈ। ਲੇਕਿਨ ਮਨੁੱਖ ਤਾਂ ਕਈ ਤਰ੍ਹਾਂ ਦੀਆਂ ਬੋਲੀਆਂ ਬੋਲਦਾ ਹੈ। ਘਰ ਚੋਂ ਜੋ ਸਿੱਖਿਆ ਉਹ ਬੋਲਦਾ ਹੈ, ਸੁਸਾਇਟੀ ਚੋਂ ਸਿੱਖਦਾ ਹੈ, ਸਕੂਲ ਜਾ ਕੇ ਸਿੱਖਦਾ ਹੈ, ਦੇਸਾਂ ਪ੍ਰਦੇਸਾਂ ਚਲਿਆ ਜਾਏਗਾ ਉੱਥੋਂ ਦੀ ਬੋਲੀ ਬੋਲਣੀ ਸਿੱਖ ਜਾਂਦਾ ਹੈ। ਕਈ ਤਰ੍ਹਾਂ ਦੀਆਂ ਬੋਲੀਆਂ ਬੋਲਦਾ ਹੈ ਮਨੁੱਖ। ਮਨੁੱਖ ਕਈ ਤਰ੍ਹਾਂ ਦੀਆਂ ਬੋਲੀਆਂ ਬੋਲ ਸਕਦਾ ਹੈ, ਲੇਕਿਨ ਪਸ਼ੂ ਜਿਹੜਾ ਹੈ ਉਹ ਸ਼ਬਦ ਤੋਂ ਹੀਣ ਹੈ, ਉਹ ਕਈ ਤਰ੍ਹਾਂ ਦੀਆਂ ਬੋਲੀਆਂ ਨਹੀਂ ਬੋਲ ਸਕਦਾ। ਭਾਈ ਸਾਹਿਬ ਜੀ ਨੇ ਬਚਨ ਕਹੇ, ਪਸ਼ੂ ਜਿਹੜਾ ਹੈ ਨਾ, ਪਸ਼ੂਆ ਹਰਿਆਇਓ ਕਹਿਓ ਸੁਣਿਓ ਅਨ ਸੁਣਿਓ ਕਰੇ, ਮਾਨਸ ਜਨਮ ਇਹਦੇ ਸ਼ਬਦ ਟੇਕ ਹੈ। ਪਸ਼ੂ ਕਿਤੇ ਖੁੱਲ ਗਿਆ ਨਾ ਰੱਸਾ ਤੁੜਾ ਕੇ ਖੁਰਲੀ ਤੋਂ, ਕਿੱਲੇ ਤੋਂ, ਤੇ ਤੁਸੀਂ ਉਹਨੂੰ ਆਵਾਜ਼ ਮਾਰੋ ਰੁਕੇਗਾ ਨਹੀਂ, ਉਹ ਤੇ ਹਰੀ ਹਰੀ ਖੇਤੀ ਵੱਲ ਹੀ ਜਾਏਗਾ। ਤੁਸੀਂ ਭੱਜ ਕੇ ਰੋਕਣਾ ਚਾਹੋ ਤੇ ਤੁਹਾਨੂੰ ਵੀ ਹੋ ਸਕਦਾ ਖਿੱਚ ਕੇ ਉਧਰ ਨੂੰ ਲੈ ਜਾਏ, ਕਿਉਂਕਿ ਉਹਨੂੰ ਸਮਝ ਨਹੀਂ ਹੈ। ਪਸ਼ੂਆ ਹਰਿਆਇਓ ਕਹਿਓ ਸੁਣਿਓ ਅਨ ਸੁਣਿਓ ਕਰੇ, ਮਾਨਸ ਜਨਮ ਉਪਦੇਸ਼ ਹਿਰਦੇ ਟੇਕ ਹੈ। ਤੇ ਮਨੁੱਖਾ ਜ਼ਿੰਦਗੀ 'ਚ ਤੇ ਅਸੀਂ ਜੋ ਸੁਣਦੇ ਹਾਂ ਉਹਨੂੰ ਸਮਝਦੇ ਹਾਂ। ਜਿਵੇਂ ਮਾਤਾ ਪਿਤਾ ਨੇ ਕਿਹਾ ਸੀ ਸਮਝਿਆ, ਜਿਵੇਂ ਸਕੂਲ ਟੀਚਰ ਨੇ ਕਿਹਾ ਸੀ ਸਮਝਿਆ, ਹੋਰ ਸਾਡੇ ਸੱਜਣ ਮਿੱਤਰ ਜੋ ਸਾਨੂੰ ਸਮਝਾਉਂਦੇ ਅਸੀਂ ਸਮਝਦੇ ਹਾਂ ਨਾ। ਪਸ਼ੂ ਸਮਝਦਾ ਨਹੀਂ ਹੈ। ਪਸ਼ੂ ਸ਼ਬਦ ਸਮਝ ਨਹੀਂ ਸਕਦਾ, ਪਸ਼ੂ ਸ਼ਬਦ ਤੋਂ ਹੀਣਾ, ਸ਼ਬਦ ਬੋਲ ਨਹੀਂ ਸਕਦਾ। ਮਨੁੱਖ ਸ਼ਬਦ ਸਮਝਦਾ ਵੀ ਹੈ, ਮਨੁੱਖ ਸਮਝ ਬੋਲਦਾ ਵੀ ਹੈ, ਆਪਣੀ ਸ਼ਬਦਾਂ ਦੇ ਰਾਹੀਂ ਦੂਜਿਆਂ ਨੂੰ ਸਮਝਾਉਂਦਾ ਵੀ ਹੈ। ਪਰ ਅਖੀਰ ਤੇ ਮਾਨਯੋਗ ਭਾਈ ਸਾਹਿਬ ਜੀ ਨੇ ਇੱਕ ਗੱਲ ਕਹੀ ਕਿ ਸ਼ਬਦ ਸੁਰਤ ਸੁਣ ਸਮਝ ਬੋਲੇ ਬਵੇਕੀ। ਜੇ ਤੇ ਮਨੁੱਖ ਸ਼ਬਦ ਨੂੰ ਸੁਣ ਕੇ ਸਮਝੇ ਤੇ ਸਮਝ ਕੇ ਬੋਲੇ, ਫਿਰ ਤੇ ਉਹਨੂੰ ਆਪਾਂ ਵਿਵੇਕਵਾਨ ਕਹਿ ਸਕਦੇ ਹਾਂ, ਸਿਆਣਾ ਕਹਿ ਸਕਦੇ ਹਾਂ। ਪਰ ਜੇ ਸ਼ਬਦ ਨੂੰ ਸੁਣੇ ਨਾ, ਜੇ ਫਿਰ ਸੁਣੇ ਤੇ ਸਮਝੇ ਨਾ, ਜੇ ਸਮਝੇ ਤੇ ਉਹ ਸਮਝ ਕੇ ਬੋਲੇ ਨਾ, ਫਿਰ ਕਹਿੰਦੇ ਨਾਤਰ ਅਚੇਤ ਪਸ਼ੂ ਪ੍ਰੇਤ ਹੂੰ ਮੈਂ ਏਕ ਹੈ। ਜੇ ਅਚੇਤ ਹੀ ਹੈ, ਸ਼ਬਦ ਨੂੰ ਉਹਨੇ ਸਮਝਿਆ ਨਹੀਂ, ਸ਼ਬਦ ਅਨੁਸਾਰ ਜਿਉਇਆ ਨਹੀਂ, ਉਵੇਂ ਜਿਉ ਰਿਹਾ ਜਿਵੇਂ ਉਧਰ ਦਾ ਮੁਹਾਰ ਬਣਿਆ ਹੋਇਆ। ਸਾਧੂ ਭਾਈ ਸਾਹਿਬ ਜੀ ਕਹਿੰਦੇ ਇਹ ਵੀ ਪਸ਼ੂਆਂ ਚੋਂ ਇੱਕ ਪਸ਼ੂ ਹੀ ਹੈ, ਇਹਨੂੰ ਵੀ ਪਸ਼ੂ ਪ੍ਰੇਤ ਹੀ ਜਾਣਨਾ ਕਰੋ। ਇਹ ਕੋਈ ਮਹਾਨ ਨਹੀਂ ਹੈ। ਮਹਾਨ ਮਨੁੱਖ ਸਰੀਰ ਕਰਕੇ ਨਹੀਂ ਬਣਦਾ। ਸਰੀਰ ਤਾਂ ਵਾਹਿਗੁਰੂ ਜੀ ਨੇ ਮਹਾਨ ਦਿੱਤਾ ਸੀ, ਉੱਤਮ ਦਿੱਤਾ ਸੀ, ਪਰ ਇਸ ਸਰੀਰ ਵਿੱਚ ਕਰਨੀ ਮਹਾਨ ਹੋਏਗੀ ਤਾਂ ਗੱਲ ਬਣੇਗੀ ਨਾ। ਕਰਨੀ ਉੱਪਰ ਹੋਏ ਤਾਂ ਪਾਪਸ, ਨਿਆਂ ਜਿਹੜਾ ਉਹ ਕਰਨੀ ਤੇ ਹੋਣਾ ਹੈ। ਉਹ ਮਨੁੱਖ ਦੇ ਬਾਹਰਲੇ ਸਰੂਪ ਤੇ ਨਹੀਂ ਹੋਣਾ ਕਿ ਬੜੇ ਵਧੀਆ ਕੱਪੜੇ ਪਾਉਂਦਾ ਜਾਂ ਬੜਾ ਇਹ ਅਮੀਰ ਹੈ ਜਾਂ ਬੜਾ ਇਹ ਸੋਹਣਾ ਹੈ, ਇਸ ਕਰਕੇ ਨਹੀਂ ਹੋਣਾ। ਮਨੁੱਖ ਦੀ ਕਰਨੀ ਕਿਹੋ ਜਿਹੀ ਹੈ ਇਹ ਦੇਖਿਆ ਜਾਣਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਕਰਨੀ ਤੋਂ ਬਿਨਾਂ ਕੋਈ ਬੰਦਾ ਪਾਰ ਨਹੀਂ ਉਤਰ ਸਕਦਾ। ਕਰਨੀ ਬਾਜੋ ਤਰੇ ਨਾ ਕੋਈ। ਤਰੇ ਦਾ ਅਰਥ ਕਿ ਦੁੱਖਾਂ ਤੋਂ ਮਨੁੱਖ ਬਾਹਰ ਨਹੀਂ ਨਿਕਲ ਸਕਦਾ ਜਿੰਨਾ ਚਿਰ ਉਹਦੀ ਕਰਨੀ ਨਹੀਂ ਬਣਦੀ। ਤਰਨ ਦਾ ਅਰਥ ਹੈ ਦੁੱਖਾਂ ਤੋਂ ਬਾਹਰ ਨਿਕਲਣਾ। ਜਿੰਨਾ ਚਿਰ ਮਨੁੱਖ ਆਪਣੀ ਕਰਨੀ ਨਹੀਂ ਸੁਧਾਰਦਾ। ਦੇਖੋ ਮਨੁੱਖ ਰੋਗੀ ਹੋਏ ਡਾਕਟਰ ਕੋਲ ਜਾਂਦੇ ਆਪਾਂ, ਡਾਕਟਰ ਸਾਹਿਬ ਦਵਾਈ ਦਿੰਦੇ ਨੇ ਤੇ ਦਵਾਈ ਦੇਣ ਨਾਲ ਕਹਿੰਦੇ ਕਿ ਇਹ ਚੀਜ਼ ਨਹੀਂ ਖਾਣੀ, ਇਹ ਖਾਣੀ ਹੈ, ਇਹ ਕੰਮ ਕਰਨਾ ਹੈ, ਇਹਦਾ ਐਕਸਰਸਾਈਜ਼ ਕਰਨੀ ਹੈ, ਇਹ ਪਰਹੇਜ਼ ਰੱਖਣਾ ਹੈ। ਡਾਕਟਰ ਸਾਹਿਬ ਕੁਝ ਕਰਨ ਲਈ ਕਹਿੰਦੇ ਹਨ ਤੇ ਜੇ ਅਸੀਂ ਦਵਾਈ ਖਾਂਦੇ ਹਾਂ ਜੋ ਡਾਕਟਰ ਸਾਹਿਬ ਨੇ ਕਿਹਾ ਉਦਾਂ ਆਪਾਂ ਕਰਨਾ ਸ਼ੁਰੂ ਕਰ ਦਈਏ, ਪਰਹੇਜ਼ ਰੱਖਣਾ ਸ਼ੁਰੂ ਕਰ ਦਈਏ, ਰੋਗ ਦੂਰ ਹੋ ਹੀ ਜਾਂਦਾ ਹੈ ਨਾ। ਰੋਗ ਆਉਂਦਾ ਕਿੱਥੋਂ ਹੈ? ਜਦੋਂ ਸਾਡਾ ਖਾਣਾ, ਜਦੋਂ ਸਾਡਾ ਸੋਚਣਾ, ਜਦੋਂ ਸਾਡੀ ਜੀਵਨ ਸ਼ੈਲੀ ਵਧੀਆ ਨਹੀਂ ਹੁੰਦੀ, ਰੋਗ ਉਦੋਂ ਆਉਂਦਾ ਹੈ। ਰੋਗਾਂ ਦਾ ਕਾਰਨ ਇਹ ਹੈ ਖਸਮ ਵਿਸਾਰ ਕਿ ਇਹ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ। ਰੋਗਾਂ ਦਾ ਹੋਰ ਕੋਈ ਕਾਰਨ ਨਹੀਂ ਹੈ। ਰੋਗਾਂ ਦਾ ਕਾਰਨ ਜਦੋਂ ਸਾਡਾ ਜੀਵਨ ਦਾ ਢੰਗ ਵਧੀਆ ਨਹੀਂ ਹੁੰਦਾ, ਖਾਣਾ ਪੀਣਾ ਵਧੀਆ ਨਹੀਂ ਹੁੰਦਾ, ਸੋਚਣਾ ਵਧੀਆ ਨਹੀਂ ਹੁੰਦਾ, ਜੀਵਨ ਸ਼ੈਲੀ ਵਧੀਆ ਨਹੀਂ ਹੁੰਦੀ। ਜਦੋਂ ਅਸੀਂ ਡਾਕਟਰ ਸਾਹਿਬ ਦੇ ਕਹੇ ਅਨੁਸਾਰ ਖਾਂਦੇ ਆ, ਜੋ ਉਹਨਾਂ ਨੇ ਕਿਹਾ ਨਹੀਂ ਖਾਣਾ ਨਹੀਂ ਖਾਂਦੇ, ਦਵਾਈ ਨੂੰ ਆਪਾਂ ਟਾਈਮ ਸਿਰ ਖਾਂਦੇ ਆ ਤੇ ਰੋਗ ਤੋਂ ਮੁਕਤ ਹੋ ਹੀ ਜਾਂਦੇ ਨਾ।
बिल्कुल दुखों तो मुक्त होने का तरीका यह है कि जो गुरु ने सानू मार्ग दिता है, असी गुरु के मार्ग ते चलीए। देखो गुरु ने बहुत प्यारा मार्ग दिता है। पता नहीं मनुख गुरु की गल सुन तो बड़ा डरदा है, गुरु की गल समझण तो बड़ा डरदा है। जे कहिए ना कि गुरु वाले बन जाओ तो कहते नहीं जी आप इदा ही ठीक हाँ, मन साफ होना चाहिए। मन दा मनुख नूं पता ही नहीं है की है, मन किते मनुख ने देखिया की है। फिर मन साफ है या नहीं साफ, इवें किवें पता लग जाता कि साफ है। जे मन साफ होए तो साडी जिंदगी ते दुख ही कोई नहीं होना चाहिए, बिरता ही कोई नहीं होनी चाहिए। ये तो दुखन की गल है ही मन तो शुरू है। मन मैला है तो जिंदगी च दुख आउणगे। लेकिन मनुख कहना जी मन साफ होना चाहिए, गुरु वाले बनने की लोड़ है, गुरु की बाणी पढ़ने की लोड़ है, कई तो कहते गुरुद्वारे जाने की लोड़ है, घर ही बैठ के आप कर लांगे रब रब। यही तो दुखों का कारण है साडे। सतगुरु साहब जी कहते जो गुरु ने कहा है, जदों तुसी गुरु के दसे मार्ग ते चलोगे, तानू गुरु ग्रंथ साहब जी महाराज ने एक बड़ी गारंटी नाल गल कही है कि बंदे जे कि तू मन मर्जी बंद कर देवे ना, जिहड़ा आपां कहंदे जी मेरा मन नहीं करता, मेरा मन तो यह करता, असीं मन दे मगर ही तुरे फिरदे। एक कमजोरी है साडी। मन तो कभी भी तुहानू चंगे पासे नहीं ले जाएगा। मन का सुभाव है नीवें पासे जाना। मन बालक चंचल है, मन बांदर वांगू है, मन सप वांगू है। मन जिहड़ा है ये तुहानू कदी चंगे पासे नहीं लैके जाएगा। चंगे पासे कदों लैके जाएगा? चंगी मत जदों नहीं मिलेगी। मन का सुभाव एक वेल वांगू है। वेल है ना, वेल च ताकत है अगे वधन दी। लेकिन वेल नू कंध ना लगा दो, कंध ते चढ़ जाएगी। वेल नू दरख्त ना लगा दो, दरख्त ते चढ़ जाएगी। कई बार उदा ही आपां डंडे डुंडे लगा दिंदे, उहदे ते चढ़ जाती है। ते जे कुछ ना लगाओ तो वेल का तो जिधर मूँह होएगा उधर नूं तुर पेगी। वो फिर हो सकता नीवें पासे चल जाए, किसी टोए वाल चल जाए, पानी पे मीह पे इकट्ठा हो जाए पानी, तो गल सड़ जाए, कोई गल ना बनी। वेल माड़ी नहीं है। वेल नूं किसी आसरे की लोड़ है। जिन्ना वधिया आसरा दोगे उन्नी उच्ची उठ जाएगी, उन्ना वधिया उन्हें फल लगेगा, उन्नियां सब्जियां लगणगियां। पर जे तुसीं उन्हें आसरा कोई नहीं दिता, नीवें पासे चल गई, गल सड़ गई, वेल का की कसूर है? मन माड़ा नहीं है, मन नूं किसी आसरे की लोड़ है। पर असीं मन नूं आसरा गुरु के शब्द दा देवांगे, उच्चा देवांगे, तां ही मन उच्चा उठेगा। जिन्ना मन उच्चा उठदा गया उन्हें सुखां दे फल लगते चले जाएंगे। जिन्ना मन नीवें पासे तुरी गया उन्हें असीं दुखी होंदे चले जावांगे। सतगुरु जी ने एक गल गारंटी नाल कही, बंदिया जे कि तू त्यागे मन की मतड़ी, विसारे दूजा भाव जियो, इउं पावें हर दरसावड़ा, न लगे तती वाह जियो। सतगुरु जी कहते एक तो मन की मर्जी बंद कर देवे ना, मन की मत त्याग दे। जिहड़ा कहने कि मेरा मन तो इदां कहंदा, मैं तो यह करना, मेरा मन नहीं जी नहीं करता, ये मन की मर्जी त्याग दे और इधर उधर की भटकना नूं छड्ड के गुरु की मर्जी च आ जा। जो गुर कहा सकार कमावो, जो गुरु तेनू कहंदा है उस अनुसार चल। फिर देखी इउं पावे हर दरसावड़ा, तेनू रब दे दीदार हो जाणगे। रब दे दीदार पाने तो सौखी नहीं, कोई जंगलों से जाने की लोड़ नहीं, पहाड़ों से जाने की लोड़ नहीं, घर छड्डण की लोड़ नहीं, कारोबार छड्डण की लोड़ नहीं, कोई खर्च खर्चा करने की लोड़ नहीं, कोई शरीर नूं दुख देने की लोड़ ही नहीं है। मन की मत त्याग दे। पर सब तो औखी तो गल मन की मत ही त्यागनी है। बंदा सब कुछ कर लेगा पर मन की मत नहीं त्यागेगा। पर देखते हैं मन की मत नूं त्यागण लई तैयार ही नहीं बंदा। वो जिवें बांदरी दा बच्चा मर जाए ना, कहते नहीं कि जिन्ना चिर नवे बच्चे नूं जन्म ना दे ले, बांदरी मरे बच्चे नूं चुकी फिरदी है। बंदा अपनी मरी हुई मत नूं चुकी फिरदा है। बंदा बीमार होए ना किते, आम जिंदगी च हो ही जाती घटना, आपां देखदे दुख सुख शरीरां दे नाल ने। इनू खून की लोड़ पे तो आपां कहने डॉक्टर साहब जिथों मिलता लै लो, कोई डोनेट करने वाला मिल जाए। फिर असी यतन करते चलो कोई मिल जाए। गरीब लोग दिहाड़ीदार आके खून देंगे, असी पैसे देंगे लै लें। उदों असी नहीं सोचते कि बंदा गरीब है अमीर है, ये बंदा हिंदू है मुसलमान है, असी कहते खून ही चाहिए, कोई गल नहीं। बंदा किते अखां खराब हो जान, लोड़ पै जाए, असी कहते डॉक्टर साहब जिथों मिलदियां जिहदियां मिलदियां लै लो, पैसे दे देवांगे। किते किडनियां खराब हो जान, गुरदे आम आप देखते रोग है ना,
ਫਿਰ ਇਹ ਬੰਦਾ ਕਹਿੰਦਾ ਕਿਸੇ ਦੇ ਹੁਣ ਕੋਈ ਫਰਕ ਨਹੀਂ ਹੈ, ਉਹ ਕਿੱਥੋਂ ਦਾ ਰਹਿਣ ਵਾਲਾ, ਕਿਹੜੇ ਮਤ ਮਜ਼ਹਬ ਦਾ ਹੈ, ਉਹ ਗਰੀਬ ਹੈ ਅਮੀਰ ਹੈ, ਕੋਈ ਫਰਕ ਨਹੀਂ ਹੈ। ਗੁਰਦੇ ਮਿਲਣੇ ਚਾਹੀਦੇ, ਜ਼ਿੰਦਗੀ ਮਿਲਣੀ ਚਾਹੀਦੀ ਹੈ। ਸਤਿਗੁਰੂ ਜੀ ਕਹਿੰਦੇ ਤੇਰੀ ਮਤ ਖਰਾਬ ਹੈ, ਮਤ ਬਦਲ ਲੈ। ਪਰ ਬੰਦਾ ਕਹਿੰਦਾ ਮਤ ਨਹੀਂ ਬਦਲਣੀ, ਮਤ ਮੇਰੀ ਰਹੇਗੀ। ਜਿੰਨਾ ਚਿਰ ਮੇਰੀ ਮਤ ਰਹੇਗੀ ਨਾ, ਉਹਨਾਂ ਚਿਰ ਅਸੀਂ ਉੱਚੇ ਨਹੀਂ ਉੱਠ ਸਕਾਂਗੇ। ਇਹ ਮਤ ਹੀ ਤੇ ਦੁੱਖਾਂ ਦਾ ਕਾਰਨ ਹੈ। ਸਤਿਗੁਰੂ ਜੀ ਨੇ ਕਿਹਾ ਸੀ ਕਿਤੇ ਤੂੰ ਮਨ ਦੀ ਮਤ ਤਿਆਗ ਦੇਵੇਂ, ਇਉਂ ਪਾਵੇਂ ਹਰ ਦਰਸਾਵੜਾ ਨੇ ਲੱਗੇ ਤਤੀ ਵਾਓ ਜੀ। ਤੈਨੂੰ ਜ਼ਿੰਦਗੀ 'ਚ ਪ੍ਰਮਾਤਮਾ ਦੇ ਦੀਦਾਰ ਹੋ ਜਾਣਗੇ, ਦੁੱਖਾਂ ਦੀ ਤਤੀ ਵਾਓ ਨਹੀਂ ਲੱਗੇਗੀ, ਦੁੱਖ ਤੇਰੇ ਨੇੜੇ ਹੀ ਨਹੀਂ ਆਏਗਾ, ਦੁੱਖ ਤੇਰੇ ਕੋਲੋਂ ਦੀ ਲੰਘ ਹੀ ਨਹੀਂ ਸਕੇਗਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਬੰਦਿਆ, ਤੂੰ ਗੁਰੂ ਦੀ ਮਤ ਮਗਰ ਨਾ ਚੱਲਣ ਕਰਕੇ ਇਵੇਂ ਜਿਉ ਰਿਹਾ ਹੈ ਕਿ ਮਨਮੁਖ ਅੰਧਲੇ ਗੁਰਮਤਿ ਨਾ ਭਾਈ। ਮਨ ਦੀ ਮਤ ਮਗਰ ਚੱਲਣ ਵਾਲਾ ਪ੍ਰਾਣੀ ਅੰਧਲੇ ਕਰਮ ਕਰ ਰਿਹਾ, ਅੰਨੇ ਕਰਮ, ਅੰਨੇ ਵਾਂਗੂ। ਇਹਨੂੰ ਗੁਰਮਤਿ ਚੰਗੀ ਨਹੀਂ ਲੱਗਦੀ, ਗੁਰਮਤਿ ਦੇ ਨਾਲ ਇਹਦਾ ਪਿਆਰ ਹੀ ਨਹੀਂ ਹੈ। ਪਸ਼ੂ ਪਏ ਅਭਿਮਾਨ ਨਾ ਜਾਈ। ਦੇਖੋ ਅਸੀਂ ਲਿਬਾਸ ਗੁਰੂ ਦਾ ਪਾ ਲੈਂਦੇ ਹਾਂ, ਗੁਰੂ ਦੇ ਕਕਾਰ ਵੀ ਪਾ ਲੈਂਦੇ ਹਾਂ, ਲੇਕਿਨ ਮਨਮਤ ਛੱਡਣ ਲਈ ਫਿਰ ਵੀ ਤਿਆਰ ਨਹੀਂ ਹੈ। ਗੁਰੂ ਦੀ ਮਤ ਫਿਰ ਵੀ ਸਾਨੂੰ ਚੰਗੀ ਨਹੀਂ ਲੱਗਦੀ। ਗੁਰੂ ਦਾ ਰੂਪ ਧਾਰਨ ਕਰਕੇ ਵੀ ਮਨ ਮਤ ਹੀ ਅਸੀਂ ਕਰਦੇ ਹਾਂ, ਮਾਫ ਕਰਨਾ, ਕਰਮ ਜਿੰਨਾ ਚਿਰ ਨਹੀਂ ਬਣਦੇ। ਗੁਰੂ ਕਲਗੀਧਰ ਪਾਤਸ਼ਾਹ ਜੀ ਦਿੱਲੀ 'ਚ ਗਏ, ਬਹਾਦਰ ਸ਼ਾਹ ਨੇ ਸਤਿਗੁਰੂ ਜੀ ਨੂੰ ਬੁਲਾਇਆ, ਉਹਦੇ ਦਰਬਾਰ 'ਚ ਬੈਠੇ ਨੇ, ਤੇ ਬਹਾਦਰ ਸ਼ਾਹ ਸਤਿਗੁਰੂ ਜੀ ਨੂੰ ਕਹਿੰਦਾ ਕਿ ਮਹਾਰਾਜ ਇਸਲਾਮ ਮਤ ਵਧੀਆ ਕਿ ਹਿੰਦੂ ਮਤ ਵਧੀਆ? ਉਹ ਚਾਹੁੰਦਾ ਸੀ ਕਿ ਸਤਿਗੁਰੂ ਜੀ ਕਹਿਣ ਕਿ ਇਸਲਾਮ ਵਧੀਆ ਹੈ, ਤਾਰੀਫ ਸੁਣਨਾ ਚਾਹੁੰਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਵਧੀਆ ਤਰੀਕੇ ਨਾਲ ਉਹਨੂੰ ਸਮਝਾਇਆ। ਇੱਕ ਮੋਹਰ ਸਤਿਗੁਰੂ ਜੀ ਦੇ ਕੋਲ ਸੀ ਕੱਢੀ, ਕਹਿਣ ਲੱਗੇ ਆਦਮੀ ਨੂੰ ਦੇ ਕੇ ਬਾਜ਼ਾਰੋਂ ਕੋਈ ਸਮਾਨ ਮੰਗਾ ਦੇ, ਜਿਵੇਂ ਸਾਖੀ ਕਰ ਲਿਖਦੇ ਨੇ। ਉਹ ਆਦਮੀ ਬਾਜ਼ਾਰ 'ਚ ਗਿਆ ਤੇ ਮੁੜਿਆ, ਕਹਿਣ ਲੱਗਾ ਜੀ ਇਹ ਤਾਂ ਨਹੀਂ ਚੱਲਣੀ, ਇਹ ਤਾਂ ਖੋਟੀ ਹੈ, ਇਹ ਖੋਟਾ ਸਿੱਕਾ ਹੈ। ਸਤਿਗੁਰੂ ਜੀ ਕਹਿੰਦੇ ਬਹਾਦਰ ਸ਼ਾਹ, ਇਹਦੇ ਤੇ ਤੇਰੀ ਤਸਵੀਰ ਹੈ, ਇਹਦੇ ਤੇ ਕਲਮਾ ਵੀ ਲਿਖਿਆ ਹੋਇਆ, ਜਿਵੇਂ ਉਹਨਾਂ ਦੇ ਰਾਜ 'ਚ ਮੋਹਰ ਚੱਲਦੀ ਸੀ, ਤੇ ਬਾਜ਼ਾਰ 'ਚ ਕਿਉਂ ਨਹੀਂ ਚੱਲੀ? ਤੇ ਬਹਾਦਰ ਸ਼ਾਹ ਕਹਿਣਗਾ ਮਹਾਰਾਜ ਇਹਦੇ 'ਚ ਭਾਵੇਂ ਤਸਵੀਰ ਹੈ, ਭਾਵੇਂ ਇੱਥੇ ਕਲਮਾ ਲਿਖਿਆ, ਪਰ ਇਹਦੇ 'ਚ ਉਹ ਕੁਆਲਿਟੀ ਦੀ ਧਾਤ ਉਹ ਨਹੀਂ ਜਿਹੜੀ ਹੋਣੀ ਚਾਹੀਦੀ ਹੈ, ਇਸ ਕਰਕੇ ਬਾਜ਼ਾਰ 'ਚ ਨਹੀਂ ਚੱਲੇਗੀ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਬਹਾਦਰ ਸ਼ਾਹ ਤੂੰ ਭਾਵੇਂ ਮੁਸਲਮਾਨ ਨਹੀਂ ਲਿਬਾਸ ਪਾ ਲੈ ਤੇ ਭਾਵੇਂ ਕੋਈ ਪਾ ਲੈ, ਪਰ ਜਿੰਨਾ ਚਿਰ ਅੰਦਰ ਧਾਤ ਨਾ ਹੋਈ, ਅੰਦਰ ਕੁਆਲਿਟੀ ਨਾ ਹੋਈ, ਤੇ ਕੋਈ ਵਧੀਆ ਨਹੀਂ ਬਣ ਸਕੇਗਾ, ਕਰਨੀ ਵਧੀਆ ਨਾ ਹੋਈ। ਸਤਿਗੁਰੂ ਜੀ ਨੇ ਕਿਹਾ ਸੀ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ, ਰਹਿਤ ਬਿਨਾ ਨਾ ਸਿੱਖ ਕਹਾਵੇ। ਜੇ ਮਨੁੱਖ ਦੀ ਰਹਿਣੀ ਨਹੀਂ ਹੈ, ਰਹਿਤ ਨਹੀਂ ਹੈ, ਕਰਨੀ ਨਹੀਂ, ਤੇ ਸਿੱਖ ਐਵੇਂ ਖਾਮਖਾ ਸਿੱਖ ਹੋਈ ਜਾਂਦੇ ਆ। ਦੇਖੋ ਨਾ, ਕਦੀ ਹੋਇਆ ਹੈ ਕਿ ਡਾਕਟਰ ਵਾਲੇ ਕੱਪੜੇ ਪਾ ਲਏ, ਡਾਕਟਰ ਵਾਲੇ ਔਜ਼ਾਰ ਕੋ ਬੰਦਾ ਰੱਖ ਕੇ ਬਹਿ ਜੇ ਕਿ ਜੀ ਮੈਂ ਡਾਕਟਰ ਆ, ਕਹਿੰਦੇ ਤੂੰ ਡਾਕਟਰ ਕਿੱਥੋਂ ਦਾ, ਕਿੱਥੋਂ ਡਿਗਰੀ ਲੈ ਲਈ, ਤੂੰ ਤੇ ਤੁਰਿਆ ਫਿਰਦਾ ਸੀ, ਕੱਲ੍ਹ ਅਜੇ ਡਾਕਟਰ ਬਣ ਬੈਠਿਆ, ਤੂੰ ਇੱਕ ਦਿਨ 'ਚ ਹੀ ਡਾਕਟਰ ਬਣ ਗਿਆ। ਡਾਕਟਰ ਬਣ ਲਈ ਤੇ ਕਈ ਸਾਲ ਘੱਲਣਾ ਕਰਨੀ ਪੈਂਦੀ ਹੈ। ਕੋਈ ਫੌਜੀ ਵਾਲੀ ਵਰਦੀ ਬਾਜ਼ਾਰੋਂ ਕੁਵਾੜੀਆਂ ਕੋ ਲੈ ਕੇ ਪਾ ਲੇ, ਕਰਾਉਣ ਲਾ ਲੇ ਮੋਢੇ ਤੇ, ਕਹੇ ਜੀ ਮੈਂ ਤੇ ਕਰਨਲ ਬਣ ਗਿਆ। ਅਸੀਂ ਕਹਾਂਗੇ ਕੱਲ ਤੂੰ ਇਦਾਂ ਤੁਰਿਆ, ਅੱਜ ਕਰਨਲ ਬਣ ਗਿਆ। ਇਵੇਂ ਨਹੀਂ ਹੋ ਸਕਦਾ, ਪਰ ਇਹ ਆਪਾਂ ਕਰ ਦਿੰਦੇ ਆ ਕਿ ਕੱਲ ਇਦਾਂ ਤੁਰੇ ਫਿਰਦੇ, ਅੱਜ ਕਹਿੰਦੇ ਜੀ ਆਪਾਂ ਸਿੱਖ ਵੀ ਬਣ ਗਏ। ਇੱਕ ਦਿਨ 'ਚ ਹੀ ਅਸੀਂ ਲਿਬਾਸ ਪਾ ਕੇ ਨਹੀਂ, ਅਸੀਂ ਤੇ ਸਿੰਘ ਬਣ ਗਏ। ਹੁਣ ਇੱਕ ਦਿਨ 'ਚ ਸਿੰਘ ਨਹੀਂ ਬਣਿਆ ਜਾਂਦਾ, ਇੱਕ ਦਿਨ 'ਚ ਸਿੱਖ ਨਹੀਂ ਬਣਿਆ ਜਾਂਦਾ, ਇੱਕ ਦਿਨ 'ਚ ਡਾਕਟਰ ਨਹੀਂ ਬਣਿਆ ਜਾਂਦਾ, ਇੱਕ ਦਿਨ 'ਚ ਇੰਜੀਨੀਅਰ ਨਹੀਂ ਬਣਿਆ ਜਾਂਦਾ। ਉਹ ਕਰਨੀ ਉਹ ਜੀ ਕਰਨੀ ਪੈਂਦੀ ਹੈ। ਗੁਰੂ ਦਾ ਲਿਬਾਸ ਮੁਬਾਰਕ ਹੈ, ਗੁਰੂ ਦੇ ਚਰਨਾਂ ਨਾਲ ਜੁੜੇ ਆ, ਮੁਬਾਰਕ ਹੈ। ਪਰ ਜਿਉਂ-ਜਿਉਂ ਗੁਰੂ ਦੇ ਦੱਸੇ ਮਾਰਗ ਤੇ ਚੱਲਾਂਗੇ, ਗੁਰੂ ਨੇ ਜੋ ਸਾਨੂੰ ਰਹਿਤ ਦਿੱਤੀ ਉਹ ਸੰਸਾਰ ਜ਼ਿੰਦਗੀ ਬਤੀਤ ਕਰਾਂਗੇ, ਗੁਰੂ ਕੀ ਬਾਣੀ ਨੂੰ ਰੋਜ਼ ਪੜਾਂਗੇ, ਗੁਰੂ ਦੇ ਭਾਣੇ ਵਿੱਚ ਰੋਜ਼ ਚੱਲਾਂਗੇ, ਫਿਰ ਕਿਤੇ ਸਿੱਖੀ ਸਾਨੂੰ ਪ੍ਰਾਪਤ ਹੁੰਦੀ। ਸਿੱਖੀ ਕੋ ਐਵੇਂ ਥੋੜਾ ਮਿਲ ਜਾਂਦੀ ਹੈ। ਸਿੱਖੀ ਪ੍ਰਾਪਤ ਕਰਨ ਦੇ ਲਈ ਕਿੰਨੀ ਘਾਲਣਾ ਘਾਲੀ ਭਾਈ ਲਹਿਣਾ ਸਾਹਿਬ ਜੀ ਨੇ, ਕਿੰਨੀ ਘਾਲਣਾ ਘਾਲੀ। ਸਿੱਖੀ ਪ੍ਰਾਪਤ ਕਰਨ ਦੇ ਲਈ ਤੇ ਸਿੱਖਾਂ ਨੇ ਆਪਣਾ ਕੁਰਬਾਨ ਕਰ ਦਿੱਤਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿੰਨਾ ਚਿਰ ਮਨੁੱਖ ਨੂੰ ਕਰਨੀ ਚੰਗੀ ਨਹੀਂ ਲੱਗਦੀ, ਗੁਰੂ ਦੀ ਮਤ ਚੰਗੀ ਨਹੀਂ ਲੱਗਦੀ, ਉਹਦੀ ਕਰਨੀ ਚੰਗੀ ਨਹੀਂ ਹੁੰਦੀ। ਗੁਰ ਕਰਨੀ ਪਸ਼ੂ ਪਏ ਅਭਿਮਾਨ ਨਾ ਜਾਈ, ਉਹਨਾਂ ਚਿਰ ਤੇ ਮਨੁੱਖ ਪਸ਼ੂਆਂ ਵਾਂਗੂ ਰਹੇਗਾ, ਕਿਉਂਕਿ ਗੁਰੂ ਕੀ ਕਰਨੀ ਨਾਲ ਜੁੜਿਆ ਮਨੁੱਖ ਦੇ ਅੰਦਰ ਅਹੰਕਾਰ ਮਿਟਦਾ। ਤੇ ਜਿੰਨਾ ਚਿਰ ਅਹੰਕਾਰ ਰਹੇਗਾ, ਜਿੰਨਾ ਚਿਰ ਮਨ ਮਰਜ਼ੀ ਵਰਤਦਾ ਰਹੇਗਾ,
ਉਹਨਾਂ ਚਿਰ ਬੰਦਾ ਪਸ਼ੂਆਂ ਵਰਗਾ ਹੀ ਹੈ, ਜਿਵੇਂ ਪਸ਼ੂ ਦਾ ਜਿੱਧਰ ਨੂੰ ਮੂੰਹ ਹੋ ਗਿਆ ਤੁਰ ਪਿਆ। ਮਨੁੱਖ ਦਾ ਵੀ ਜਿੱਧਰ ਨੂੰ ਮੂੰਹ ਉੱਧਰ ਨੂੰ ਤੁਰਿਆ ਜਾਂਦਾ ਹੈ, ਰੁਕਦਾ ਹੀ ਨਹੀਂ ਹੈ। ਕਹਿੰਦਾ ਜੀ ਇਹੀ ਕਰਨਾ, ਮੈਨੂੰ ਤੇ ਇਹੀ ਠੀਕ ਲੱਗਦਾ। ਕਿਸੇ ਦੀ ਗੱਲ ਸਿਆਣੇ ਦੀ, ਬਜ਼ੁਰਗ ਦੀ, ਗੁਰੂ ਦੀ ਮੰਨਣ ਲਈ ਤਿਆਰ ਨਹੀਂ ਹੈ। ਪਸ਼ੂ ਦਾ ਅਰਥ ਕੀ ਹੈ? ਪਸ਼ੂ ਦਾ ਅਰਥ ਹੈ ਕਿ ਮਰਜ਼ੀ ਅਨੁਸਾਰ ਜਿੱਧਰ ਨੂੰ ਮੂੰਹ ਉੱਧਰ ਨੂੰ ਤੁਰੇ ਜਾਣਾ, ਕੋਈ ਰੋਕੇ ਤੇ ਤਾਂ ਵੀ ਨਾ ਰੁਕਣਾ। ਤੇ ਮਨੁੱਖੀ ਸਮਾਜ ਵਿੱਚ ਕੀ ਹੈ? ਜੇ ਅਸੀਂ ਬੁਰਾਈ ਕਰਦੇ ਕਹਿੰਦੇ ਜੀ ਮੈਨੂੰ ਤੇ ਇਹੀ ਠੀਕ ਲੱਗਦਾ, ਮੈਂ ਨਹੀਂ, ਮੈਨੂੰ ਇਹ ਠੀਕ ਲੱਗਦਾ। ਠੀਕ ਹੈ, ਗੁਰੂ ਸਾਹਿਬ ਨੇ ਕਿਹਾ ਪਰ ਸਾਨੂੰ ਤਾਂ ਇਹ ਠੀਕ ਲੱਗਦਾ। ਇਹਨੂੰ ਤੇ ਪਸ਼ੂਪੁਣਾ ਕਿਹਾ ਜਾਂਦਾ ਹੈ। ਆਪਣੀ ਮਨ ਮਰਜ਼ੀ ਕਰਨੀ, ਅਮੋੜ ਹੋ ਜਾਣਾ। ਸਤਿਗੁਰੂ ਸਾਹਿਬ ਜੀ ਕਹਿੰਦੇ ਮਨੁੱਖ ਵੀ ਪਸ਼ੂ ਬਣ ਗਿਆ, ਕਿਉਂਕਿ ਇਹਦੇ ਅੰਦਰ ਅਭਿਮਾਨ ਹੈ, ਹੰਕਾਰ ਹੈ। ਇਹ ਕਿਸੇ ਦੀ ਗੱਲ ਸੁਣਨਾ ਨਹੀਂ ਚਾਹੁੰਦਾ, ਕਮਾਉਣਾ ਨਹੀਂ ਚਾਹੁੰਦਾ, ਇਸ ਕਰਕੇ ਦੁਖੀ ਹੈ। 184 ਜੰਤ ਉਪਾਏ, ਪਰਮਾਤਮਾ ਨੇ ਬੇਅੰਤ ਜੂਨਾਂ ਬਣਾਈਆਂ ਨੇ, 84 ਲੱਖ ਜੂਨਾਂ ਪੁਰਾਣਾ ਚ ਕਹੀਆਂ ਨੇ। ਸਤਿਗੁਰੂ ਜੀ ਕਹਿੰਦੇ ਲੱਖਾਂ ਹੀ ਜੂਨਾਂ ਪਰਮਾਤਮਾ ਨੇ ਬਣਾਈਆਂ ਨੇ। ਮੇਰੇ ਠਾਕੁਰ ਭਾਣੇ ਸਿਰਜ ਸਮਾਏ, ਸਾਡਾ ਜਿਹੜਾ ਉਹ ਵਾਹਿਗੁਰੂ ਜੀ ਹੈ, ਠਾਕੁਰ ਪਰਮਾਤਮਾ ਪ੍ਰਭੂ ਹੈ ਨਾ, ਉਹਨੇ ਕਈ ਜੀਵ ਪੈਦਾ ਕੀਤੇ ਨੇ, ਕਈ ਸਮਾਈ ਜਾ ਰਹੇ ਨੇ, ਜੰਮ ਰਹੇ ਨੇ, ਮਰ ਰਹੇ ਨੇ। ਇਹ ਤੇ ਆਵਣ ਜਾਣੇ ਖੇਲ ਬਣਾ ਦਿੱਤਾ ਹੈ ਪਰਮਾਤਮਾ ਨੇ। ਸਗਲੀ ਭੁੱਲੈ ਨਹੀਂ ਸ਼ਬਦ ਅਚਾਰ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਦੋਂ ਅਸੀਂ ਲੁਕਾਈ 'ਚ ਨਜ਼ਰ ਮਾਰਦੇ ਹਾਂ ਨਾ, ਲੁਕਾਈ ਜਿਹੜੀ ਹੈ ਨਾ ਭੁੱਲੀ ਹੋਈ ਹੈ, ਉਹ ਗੁਰੂ ਕੇ ਸ਼ਬਦ ਨਾਲ ਜੁੜ ਕੇ ਆਪਣਾ ਅਚਾਰ ਨਹੀਂ ਬਣਾਉਂਦੀ। ਅਚਾਰ ਦਾ ਅਰਥ ਹੁੰਦਾ ਕਰੈਕਟਰ, ਸ਼ਖਸੀਅਤ। ਆਪਣੇ ਅਚਾਰ ਨੂੰ ਚੁੱਕਿਆ ਉੱਚਾ ਨਹੀਂ ਚੁੱਕਦਾ ਬੰਦਾ। ਬੰਦਾ ਬਾਹਰੋਂ ਕੱਪੜੇ ਬਦਲਣਾ ਚਾਹੁੰਦਾ ਹੈ, ਕੱਪੜੇ ਵਧੀਆ ਹੋਣ, ਮੈਂ ਵਧੀਆ ਲੱਗਾ, ਗੁਰਦੁਆਰੇ ਜਾਣਾ ਤੇ ਚਿੱਟੇ ਕੱਪੜੇ ਪਾ ਲਓ, ਕਿਤੇ ਹੋਰ ਪਾਰਟੀ ਜਾਣਾ ਉਹੋ ਜਿਹੇ ਕੱਪੜੇ ਪਾ ਲਓ, ਪਤਾ ਲੱਗੇ ਕਿ ਆਪਾਂ ਸੋਹਣੇ ਆ। ਆਪਾਂ ਦੇਖਦੇ ਆ ਨਾ ਕੱਪੜੇ ਕਿੱਦਾਂ ਬਦਲਦੇ ਨੇ ਸਾਡੇ ਰਾਜਨੀਤਿਕ ਲੋਕ। ਮੰਦਿਰ 'ਚ ਜਾਣਾ ਤੇ ਉਹੋ ਜਿਹੇ ਕੱਪੜੇ ਪਾ ਲਓ, ਗੁਰਦੁਆਰੇ ਜਾਣਾ ਤੇ ਪੱਗ ਬੰਨ ਲਓ, ਮਸੀਤ ਜਾਣਾ ਤੇ ਟੋਪੀ ਪਾ ਲਓ। ਕੱਪੜੇ ਬਦਲੀ ਜਾਂਦਾ ਬੰਦਾ, ਉਹ ਸੋਚਦਾ ਕਿ ਕੱਪੜਿਆਂ ਨਾਲ ਹੀ ਗੱਲ ਬਣ ਜਾਏਗੀ। ਤੇ ਦੁਨੀਆ ਵੀ ਕੱਪੜੇ ਹੀ ਦੇਖਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਨੀਆ ਵੀ ਕੱਪੜੇ ਹੀ ਦੇਖਦੀ। ਲੋਕੀ ਕੱਪੜਿਆਂ ਨੂੰ ਮੱਥੇ ਟੇਕੀ ਚਲੇ ਜਾਂਦੇ ਨੇ, ਕੱਪੜੇ ਦੇਖ ਕੇ ਗਧਿਆਂ ਨੂੰ ਮੱਥੇ ਟੇਕੀ ਚਲੇ ਜਾਂਦੇ ਨੇ। ਕੱਪੜੇ ਦੇਖ ਕੇ ਬਾਬਾ ਜੀ ਨੇ ਸਾਨੂੰ ਕੱਪੜਿਆਂ ਨਾਲ ਨਹੀਂ ਸੀ ਜੋੜਿਆ। ਸਤਿਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਜੀ ਦੀ ਦੇਖੋ ਕਿੰਨੀ ਵਿਲੱਖਣ ਜੀਵਨ ਜਾਚ ਹੈ। ਬਾਬਾ ਜੀ ਆਪਣੀਆਂ ਉਦਾਸੀਆਂ ਦੇ ਤੁਰਦੇ ਨੇ, ਉਦਾਸੀਆਂ ਵਾਲੇ ਕੱਪੜੇ ਪਾ ਲਏ। ਬਾਬਾ ਜੀ ਮੱਕੇ ਜਾਂਦੇ ਨੇ, ਫਿਰ ਨੀਲ ਬਸਤਰ ਧਾਰੇ, ਬਨਵਾਰੀ ਨੀਲੇ ਕੱਪੜੇ ਪਾ ਲਏ। ਬਾਬਾ ਜੀ ਪਹਾੜ 'ਚ ਜਾਂਦੇ ਨੇ, ਚਮੜੇ ਦੇ ਕੱਪੜੇ, ਠੰਡ ਤੋਂ ਬਚਣ ਦੇ ਲਈ ਕੱਪੜੇ ਚਾਹੀਦੇ ਨੇ, ਠੰਡ ਤੋਂ ਬਚਣ ਦੇ ਲਈ, ਗਰਮੀ ਤੋਂ ਬਚਣ ਦੇ ਲਈ, ਸਰੀਰ ਨੂੰ ਪਰਦਾ ਦੇਣ ਦੇ ਲਈ ਕੱਪੜੇ ਤੇ ਚਾਹੀਦੇ ਨੇ। ਪਰ ਕੱਪੜੇ ਕੋਈ ਵਡਿਆਈ ਦਾ ਕਾਰਨ ਨਹੀਂ ਹੈ ਕਿ ਇਹ ਕੱਪੜੇ ਪਾ ਲਾਂਗੇ ਅਸੀਂ ਵੱਡੇ ਬਣ ਜਾਵਾਂਗੇ, ਚੰਗੇ ਬਣ ਜਾਵਾਂਗੇ। ਸਤਿਗੁਰੂ ਜੀ ਜੇ ਕਰਤਾਰਪੁਰ ਆਏ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀ ਅਵਤਾਰਾ। ਸਤਿਗੁਰੂ ਜੀ ਨੇ ਗ੍ਰਸਤੀਆਂ ਵਾਲੇ ਕੱਪੜੇ ਪਾ ਲਏ, ਕਿਰਤੀਆਂ ਵਾਲੇ ਕੱਪੜੇ ਪਾ ਲਏ, ਉਦਾਸੀਆਂ ਵਾਲੇ ਉਤਾਰ ਦਿੱਤੇ। ਕੱਪੜਿਆਂ ਨਾਲ ਕੋਈ ਮੋਹ ਨਹੀਂ, ਕਿਤੇ ਕੱਪੜਿਆਂ ਦੀ ਗੱਲ ਨਹੀਂ। ਕਲਗੀਧਰ ਪਾਤਸ਼ਾਹ ਜੀ ਇੱਕ ਦਿਨ ਦੀਵਾਨ ਸਥਾਨ 'ਚ ਬੈਠੇ ਨੇ, ਦੀਵਾਨ ਸਜਿਆ, ਸੰਗਤ ਜੁੜੀ ਹੈ, ਤੇ ਬਾਹਰੋਂ ਅਚਨਚੇਤ 2-4 ਸਿੰਘ ਚੱਲਦੇ ਆਏ, ਗੱਲਾਂ ਬਾਤਾਂ ਕਰਦੇ। ਸਤਿਗੁਰੂ ਜੀ ਦੇ ਕੋਲ ਪਹੁੰਚ ਗਏ। ਬੈਠੀ ਸੰਗਤ ਸੋਚਦੀ ਕਿ ਕੌਣ ਨੇ ਬਈ, ਇੱਕਦਮ ਆਏ ਨੇ ਸਿੰਘ, ਜਾਣੇ ਪਛਾਣੇ ਲੱਗਦੇ ਨੇ। ਗੁਰੂ ਸਾਹਿਬ ਜੀ ਦੇ ਕੋਲ ਖਲੋ ਕੇ ਗੱਲਾਂ ਕਰ ਰਹੇ ਨੇ, ਕੀ ਹੈ? ਸਤਿਗੁਰੂ ਜੀ ਨੇ ਦੇਖਿਆ ਕਿ ਸੰਗਤ को ਜਾਣਨਾ ਚਾਹੁੰਦੀ, ਤੇ ਗੁਰੂ ਸਾਹਿਬ ਜੀ ਨੇ ਗੱਲ ਸਮਝਾਈ। ਕਹਿਣ ਲੱਗੇ ਉਹ ਪਿਛਲੇ ਦਿਨਾਂ ਤੋਂ ਅਸੀਂ ਸੁਣ ਰਹੇ ਸੀ ਕਿ ਆਪਣੇ ਇਲਾਕੇ ਜਾਂ ਨੇੜੇ ਤੇੜੇ ਇੱਕ ਸ਼ੇਰ ਆ ਗਿਆ, ਤੇ ਉਹ ਬੜਾ ਡਰ ਜਿਹਾ ਲੋਕਾਂ 'ਚ ਪਸਰਿਆ ਹੋਇਆ ਸੀ। ਦੁਨੀਆ ਡਰੀ ਹੋਈ ਸੀ, ਸਹਿਮੀ ਹੋਈ ਸੀ। ਅੱਜ ਸਵੇਰੇ ਇੱਕ ਘੁਮਿਆਰ ਆਪਣੇ ਖੋਤੇ ਲੈ ਕੇ ਜਾ ਰਿਹਾ ਸੀ, ਤੇ ਉਹ ਸ਼ੇਰ ਵੀ ਖੋਤਿਆਂ 'ਚ ਆ ਕੇ ਵੜ ਗਿਆ, ਤੇ ਖੋਤਿਆਂ ਵਰਗੀ ਬੋਲੀ ਬੋਲਣ ਲੱਗ ਪਿਆ। ਖੋਤੇ ਬੋਲੇ ਤੇ ਉਹ ਵੀ ਬੋਲਣ ਲੱਗ ਪਿਆ। ਤੇ ਘੁਮਿਆਰ ਨੇ ਦਲੇਰੀ ਕਰਕੇ ਫੜ ਲਿਆ, ਜਾਂ ਦੇਖਿਆ ਤੇ ਖੋਤੇ ਤੇ ਤਾਂ ਉਹ ਕੇਵਲ ਖਾਲੀ ਪਾਈ ਹੋਈ ਸੀ ਸ਼ੇਰ ਦੀ। ਖੋਤੇ ਤੇ ਸ਼ੇਰ ਦੀ ਖੱਲ ਪਾਈ ਹੋਈ ਸੀ, ਪਰ ਬੋਲੀ ਉਹਦੀ ਖੋਤਿਆਂ ਵਾਲੀ ਸੀ। ਸਤਿਗੁਰੂ ਜੀ ਗੱਲ ਸਮਝਾਉਣਾ ਚਾਹੁੰਦੇ ਸਨ ਕਿ ਜ਼ਰੂਰੀ ਨਹੀਂ ਕਿ ਬਾਹਰੋਂ ਲਿਬਾਸ ਸਿੱਖ ਵਾਲਾ ਪਾ ਲਓ ਤੇ ਸਿੱਖ ਬਣ ਜਾਓਗੇ। ਅੰਦਰੋਂ ਜੇ ਖੋਤੇ ਹੀ ਰਹੇ, ਆਪਾਂ ਬੋਲੀ ਖੋਤਿਆਂ ਵਾਲੀ ਰਹੀ, ਸਾਡਾ ਖਾਣਾ ਖੋਤਿਆਂ ਵਾਲਾ ਰਿਹਾ, ਸਾਡੀ ਸੋਚ ਖੋਤੇ ਵਾਲੀ ਰਹੀ, ਪਸ਼ੂ ਵਾਲੀ ਰਹੀ, ਤੇ ਕੱਪੜੇ ਪਾਉਣ ਨਾਲ ਥੋੜਾ ਆਪਾਂ ਸਿੱਖ ਬਣ ਜਾਾਂਗੇ। ਦੇਖੋ ਗੁਰੂ ਸਾਹਿਬ ਜੀ ਨੇ ਇਹ ਸਾਨੂੰ ਪੂਰਨ ਤੌਰ ਤੇ ਲਿਬਾਸ 10ਵੇਂ ਜਾਮੇ 'ਚ ਦਿੱਤਾ ਕਿ 9 ਜਾਮਿਆਂ 'ਚ ਸਤਿਗੁਰੂ ਜੀ ਸਾਨੂੰ ਪਹਿਲਾਂ ਰਹਿਣੀ ਸਿਖਾਉਂਦੇ ਰਹੇ ਨੇ। ਰਹਿਣੀ 9 ਜਾਮਿਆਂ 'ਚ। 5ਵੇਂ ਸਤਿਗੁਰੂ ਜੀ ਤੱਕ ਸਤਿਗੁਰੂ ਜੀ ਨੇ ਬਾਣੀ ਦ੍ਰਿੜ ਕਰਾਈ, ਬਾਣੀ ਨਾਲ ਜੋੜਿਆ, ਬਾਣੀ ਦਾ ਭੰਡਾਰ ਦਿੱਤਾ। 6ਵੇਂ ਸਤਿਗੁਰੂ ਜੀ ਨੇ ਫਿਰ ਕਿਤੇ ਸਾਨੂੰ ਸ਼ਸਤਰ ਪੜ੍ਹਨ ਦੀ ਗੱਲ ਕਹੀ ਹੈ। ਇਹਦਾ ਮਤਲਬ ਕਿ ਪਹਿਲਾਂ ਅੰਦਰੋਂ ਤਿਆਰੀ ਹੋ ਜਾਏ। ਅਸੀਂ ਤੇ ਤੁਰੇ ਫਿਰਦੇ ਨੂੰ ਨਾ ਘੇਰ ਘੁਰ ਕੇ ਕਹਿੰਦੇ ਲੈ ਵੀ ਇਹਨੂੰ ਵੀ ਅੰਮ੍ਰਿਤ ਛਕਾ ਦਿਓ, ਇੱਕ ਦਿਨ 'ਚ ਹੀ ਆਪਾਂ ਉਹਨੂੰ ਸਿੰਘ ਬਣਾ ਦਿੰਦੇ ਆ। ਬੜੀ ਹੈਰਾਨੀ ਦੀ ਗੱਲ, ਮਖੌਲ ਹੈ ਕੋਈ?
एक फौजी बनना होए ना, फौजी ते 9 महीने बड़ी करड़ी ट्रेनिंग करनी पैंदी। 9 महीने जेडे फौज च रहे उन्होंने पुछो तुसीं, 9 महीने बड़ी घालना करनी पैंदी है। मार दिंदे ने शरीर नूं। 9 महीनों बाद फिर पासिंग परेड हुंदी है, उदों बाद किते उहदे मोढे ते सोल्जर लगदे ने फौजी दे। ते आपां ते एक दिन च ही रात नूं फड़ के सवेरे उहनूं सिंह बना दिंदे, लो जी सिंह बन गए। गिणदे असीं चाहुंदे गिणती वधाईए, गिणती नाल कोई गल नहीं बननी। भावें सारी दुनिया नूं तुसीं बना लो, की बन जाएगा उहदे नाल? गिणती बड़ी है हुण साडी, पर जदों साडी गिणती पंजाब दी धरती थोड़ी सी ना, उदों भी एक सिख दे नां तो दुनिया जिहड़ी सी ना बड़ी आस रखदी सी। उदों भी सिख दा सिख नाल प्यार बड़ा सी। उदों जिथे एक सिंह खलो जांदा सी, दुनिया कहती बस हुण कोई डर नहीं है, सिख आ गया, हुण कोई डर नहीं है। लेकिन जदों अंदर क्वालिटी नहीं है, अंदर करनी नहीं है, सतगुरु जी कहते करनी तो बिना तो घाटे च ही रवांगे। आपां करनी तो बिना असीं कभी सुख नहीं मान सकते, बाहरों जो मर्जी सी बन जाइए। करनी तो बिना तो असीं पशु पे अभिमान ना जाई। साडे अंदर हंकार है। असी गुरु की गल इस करके नहीं सुनते कि असी बड़े सियाणे हाँ, गुरु की गल नहीं सुनने की लोड़ है। असी गुरु के दसे मार्ग ते इस करके नहीं चलते कि असी बड़े सियाणे हाँ। तो ये ख्याल होना ही पशुपन है। जिवें पशु कहते जो मैं कर रहा ठीक है, मनदा ही नहीं कहना किसी का। सतगुरु कहते पशु पे अभिमान ना जाई। साडे अंदरों अहंकार नहीं मिटदा, असीं ते पशु बने बैठे हैं। 184 जंत उपाए मेरे ठाकुर पाणी सिरज समाए, सगली भूलै नहीं शब्द अचार। सारी दुनिया भुली हुई है, गुरु के शब्द अनुसार अचार नहीं बनाया। सतगुरु जी इस करके कहते सो समझे जिस गुर करतार। समझदा तो है जिहदे भाई गुरु की रहमत हो जाए, बख्शिश हो जाए। गुरु की रहमत उहदे ते हुंदी है जिहड़ा गुरु के बचनां नाल जुड़ेगा, गुरु के मार्ग ते चलेगा, गुरु की चरण शरण विच आवेगा। हुण कोई गुरु कोल आया ही नहीं तो उत्थे गुरु की रहमत थोड़ा पहुंचूगी। चानण ते सूरज दा उहनूं मिलेगा जिहड़ा सूरज दे सामने आएगा। हुण टोआ पुट के कोई वखरा बैठा के जी सूरज चढ़िया ही नहीं तो उहदी मर्जी है ना। इस करके सतगुरु साहब जी कहते जिहदे ते गुरु की बख्शिश हो गई वो इस गल नूं समझदा है, वो अपने अचार नूं बना लैंदा है। जिन्हें अचार बना लिया, गुर के चाकर ठाकुर पाणे, जिहड़े गुरु दे चाकर ने, सेवक ने, गुरु दे दसे मार्ग ते चलण वाले ने, वो ठाकुर नूं वधिया लगदे, परमात्मा नूं भा जांदे ने, परमात्मा दी नज़रां चों प्रवान हो जांदे ने। बख्श लिए नाही जम काणे, परमात्मा नां ते बख्शिश कर दिंदा है। जिन्हां ते परमात्मा की बख्शिश हो जाती उन्हां नूं जमां की कोई मुथाजगी नहीं रह जाती। जम दूत उन्हां दे नेड़े तक क्यों नहीं, उन्हां तो डरदे ने। जम दूत उन्हां अगे हाथ जोड़ के खड़े हो जाते हैं। इस करके सतगुरु जी कहते जिहड़े गुरु के चाकर बनते हैं वो परमात्मा दी नज़रां च प्रवान हो जाते हैं, उन्हां ते बख्शिश हो जाती है। उन्हां नूं जमां दी कोई मुथाजगी नहीं रह जाती, वो जमां दी कान तो उच्चे उठ जाते हैं। जिनके हिरदे एको पाया, धन गुरु नानक साहब जी कहते जिन्ना मनुखों के मन च केवल एक परमात्मा ही चंगा लगता है, परमात्मा की प्यार च जुड़े ने, परमात्मा की ओट लई है, जिन्हें गुरु के बचन ये मन ले कि एको जप एको सलाह, एक सिमर एको मन आहे, एक के गुण गाओ अनंत। जेड़े केवल एक परमात्मा नूं जपदे ने, परमात्मा नूं सुनदे ने, परमात्मा के प्यार में ही जुड़ते हैं। सतगुरु साहब जी कहते आपे मेले भरम चुकाया, परमात्मा उन्होंने आपे अपने नाल मेल लैंदा। परमात्मा तो मिलना चाहता है। देखो ये परमात्मा के मन च भुख है कि हर व्यक्ति उहदे विच लिवलीन होए, हर व्यक्ति उहदा रूह बन जाए। परमात्मा के मन च भी भुख है, लेकिन ये मिलन ते तां होएगा जे साडे मन च भुख होएगी, जे साडे मन च परमात्मा की खिच होएगी। जिन्हां ने केवल तां केवल एक परमात्मा का ही आसरा लिया, एक परमात्मा के भाने च चले, एक परमात्मा के प्यार में जिउंदे ने। सतगुरु जी ने अमृत बाणी में सानूं एक प्रेरणा दी, मेरे मन एक स्यों चित लाए, एक बिन सब तंद है सब मिथ्या मोह माए। वो मना एक परमात्मा वाले बन्ने ही चित जोड़, एक परमात्मा का आसरा लिया कर, परमात्मा नूं चेते करिया कर, परमात्मा के प्यार जुड़िया कर। एक परमात्मा तो बिना होर सारा जंजाल ही है, जिधर मर्जी तुरिया फिर। एक परमात्मा तो बिना जो कुछ भी है जंजाल है।
सतगुरु जी ने बचन किया कि खशम छोड़ दूजे लगे डूबे से वणजारे आ। ਉਹ ਜੀਵ ਰੂ ਵਣਜਾਰੇ ਜਿਹੜੇ ਪ੍ਰਮਾਤਮਾ ਨੂੰ ਛੱਡ ਕੇ ਹੋਰ ਨਹੀਂ ਮੰਨਣ ਲੱਗ ਗਏ ਨੇ, ਉਹ ਤੇ ਡੁੱਬ ਗਏ। ਕਿੱਥੇ ਡੁੱਬ ਗਏ? ਦੁੱਖਾਂ ਦੇ ਸਮੁੰਦਰ 'ਚ, ਦੁੱਖਾਂ ਦੀਆਂ ਘੁੰਮਣ ਘੇਰੀਆਂ ਡੁੱਬ ਗਏ। ਦੂਜੀ ਛੋੜ ਕੁਵਾਟੜੀ, ਇੱਕ ਸਿਉ ਚਿਤ ਲਾਹੇ, ਦੂਜੇ ਭਾਵੀ ਨਾਨਕਾ ਵਹਿ ਲੋੜੰਦੜੀ ਜਾਏ। ਸਤਿਗੁਰੂ ਜੀ ਕਹਿੰਦੇ ਹੋਰ ਕੁਵਾਟੜੀਆਂ ਛੱਡਦੇ, ਕੁਵਾਟੜੀਆਂ ਨੇ ਬਾਕੀ ਖੋਟੀਆਂ ਵਾਟਾਂ, ਕੇਵਲ ਇੱਕੋ ਇੱਕ ਵਾਟ ਹੈ ਪਰਮਾਤਮਾ ਦੇ ਪਿਆਰ ਦੀ। ਗੁਰੂ ਨੇ ਸਾਨੂੰ ਨਿਰੋਲ ਇੱਕ ਪਰਮਾਤਮਾ ਦੇ ਪਿਆਰ ਜੋੜਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਇੱਕ ਇੱਕ ਪੰਕਤੀ ਸਾਨੂੰ ਇੱਕ ਪਰਮਾਤਮਾ ਦੇ ਪਿਆਰ ਜੋੜਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਸ਼ੁਰੂ ਹੀ ਇੱਕ ਤੋਂ ਹੁੰਦੀ, ਇੱਕ ਓੰਕਾਰ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਹੁੰਦੀ ਸਭ ਨਾਨਕ ਬ੍ਰਹਮ ਪਸਾਰੋ। ਆਖਰੀ ਬਚਨ ਨੇ ਸਭ ਨਾਨਕ ਬ੍ਰਹਮ ਪਸਾਰੋ। ਸਾਰੇ ਥਾਵਾਂ ਤੇ ਬ੍ਰਹਮ ਹੀ ਪਸਰਿਆ ਹੈ। ਇੱਕ ਦੇ ਪਿਆਰ ਸਤਿਗੁਰੂ ਜੀ ਨੇ ਸਾਨੂੰ ਜੋੜਿਆ। ਜਿਹੜੇ ਇੱਕ ਦੇ ਪਿਆਰ ਜੋੜਦੇ ਨੇ, ਜਿਹੜੇ ਇੱਕ ਨੂੰ ਜਪਦੇ ਨੇ, ਇੱਕ ਨੂੰ ਸੁਣਦੇ ਨੇ, ਇੱਕ ਦਾ ਹੀ ਆਸਰਾ ਲੈਂਦੇ ਨੇ, ਵਾਹਿਗੁਰੂ ਆਪੇ ਉਹਨਾਂ ਨੂੰ ਆਪਣੇ ਨਾਲ ਮਿਲ ਲੈਂਦਾ। ਵਾਹਿਗੁਰੂ ਜੀ ਨੂੰ ਮਿਲਣ ਦੇ ਲਈ ਕੋਈ ਭੁੱਖਿਆਂ ਰਹਿਣ ਦੀ ਲੋੜ ਨਹੀਂ ਹੈ ਕਿ ਜੇ ਭੁੱਖੇ ਬੈਠੋ ਰੱਬ ਮਿਲ ਜਾਏਗਾ। ਨਿਰੋਲ ਭਰਮ ਭਟਕਣਾ ਹੈ। ਪਰਮਾਤਮਾ ਨੂੰ ਮਿਲਣ ਲਈ ਕੋਈ ਘਰ ਛੱਡ ਕੇ ਕਿਸੇ ਖਾਸ ਥਾਂ ਤੇ ਬੈਠਣ ਦੀ ਲੋੜ ਨਹੀਂ ਹੈ ਕਿ ਉੱਥੇ ਬੈਠਾਂਗੇ ਰੱਬ ਬਹੁਤਾ ਚੇਤੇ ਆਏਗਾ। ਜਾਂ ਪਰਮਾਤਮਾ ਨੂੰ ਮਿਲਣ ਲਈ ਕੋਈ ਜੰਗਲਾਂ 'ਚ ਜਾਣ ਦੀ ਲੋੜ ਨਹੀਂ, ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ, ਕੋਈ ਘਰ ਬਾਹਰ ਪਰਿਵਾਰ ਕਾਰੋਬਾਰ ਤਿਆਗਣ ਦੀ ਲੋੜ ਨਹੀਂ। ਪਰਮਾਤਮਾ ਨੂੰ ਮਿਲਣ ਦੇ ਲਈ ਸਿਰਫ ਹੰਕਾਰ ਤਿਆਗਣ ਦੀ ਲੋੜ ਹੈ। ਉਹ ਹੰਕਾਰ ਮਿਟਣਾ ਸੀ ਜੇ ਗੁਰੂ ਦੀ ਮੱਤ ਸਾਡੇ ਅੰਦਰ ਹੁੰਦੀ, ਜੇ ਗੁਰੂ ਦੀ ਮੱਤ ਅਸੀਂ ਸੁਣਦੇ। ਗੁਰੂ ਦੀ ਮੱਤ ਨਾਲ ਜਦੋਂ ਜੁੜ ਜਾਵਾਂਗੇ ਅਹੰਕਾਰ ਆਪੇ ਮਿਟ ਜਾਏਗਾ। ਗੁਰੂ ਕੇ ਬਚਨਾਂ ਨੂੰ ਜਦੋਂ ਪਿਆਰ ਨਾਲ ਪੜਾਂਗੇ ਅਹੰਕਾਰ ਮਿਟ ਜਾਏਗਾ। ਜਿੱਥੋਂ ਅਹੰਕਾਰ ਮਿਟ ਗਿਆ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਉਮੈ ਜਾਈ ਤਾਂ ਕੰਤ ਸਮਾਈ। ਗੁਰੂ ਦੀ ਵਡਿਆਈ ਇਹੀ ਹੈ ਕਿ ਜੇ ਤੁਸੀਂ ਮਨ ਕਰਕੇ ਗੁਰੂ ਸਾਹਿਬ ਜੀ ਦੀ ਬਾਣੀ ਨਾਲ ਜੁੜ ਜਾਓਗੇ ਨਾ, ਮਨ ਕਰਕੇ, ਹੰਕਾਰ ਕਿਸੇ ਯਤਨ ਨਾਲ ਨਹੀਂ ਮਿਟਦਾ ਕਿ ਜ਼ੋਰ ਲਓ ਹੰਕਾਰ ਮਿਟ ਜਾਏ। ਹੰਕਾਰ ਜ਼ੋਰ ਲਾਇਆ ਨਹੀਂ ਮਿਟਦਾ। ਹੰਕਾਰ ਨੂੰ ਮਿਟਣ ਦਾ ਇੱਕੋ ਤਰੀਕਾ ਹੈ, ਗੁਰੂ ਕੇ ਬਚਨਾਂ ਨੂੰ ਪਿਆਰ ਕਰੋ। ਬਸ ਗੁਰਬਾਣੀ ਨੂੰ ਪਿਆਰ ਨਾਲ ਪੜੋ, ਗੁਰਬਾਣੀ ਨੂੰ ਸਮਝਣ ਦਾ ਯਤਨ ਕਰੋ। ਜਾਂ ਐਵੇਂ ਕਹਿ ਲਓ ਕਿ ਜਿਹੜਾ ਹਨੇਰਾ ਹੈ ਉਹਨੂੰ ਯਤਨ ਨਾਲ ਨਹੀਂ ਮਿਟਿਆ ਜਾ ਸਕਦਾ। ਹਨੇਰੇ ਨੂੰ ਧੱਕੇ ਮਾਰ ਕੇ ਬਾਹਰ ਨਹੀਂ ਕੱਢਿਆ ਜਾ ਸਕਦਾ। ਆਓ ਇਕੱਠੇ ਹੋ ਆਪਾਂ ਹਨੇਰੇ ਨੂੰ ਬਾਹਰ ਕੱਢਦੀ ਨਹੀਂ ਨਿਕਲ ਸਕਦਾ। ਹਨੇਰੇ ਨੂੰ ਭਜਾਉਣ ਦਾ ਤਰੀਕਾ ਹੈ ਕਿ ਲਾਈਟ ਜਗਾ ਦਿਓ। ਜਿੰਨੀ ਜਿੰਨੀ ਲਾਈਟ ਜਗਾਈ ਜਾਓਗੇ ਹਨੇਰਾ ਉਹਨਾਂ ਨਾਲ ਦੂਰ ਹੁੰਦਾ ਜਾਏਗਾ। ਦੇਖੋ ਨਾ, ਸੂਰਜ ਚੜਿਆ ਹਨੇਰਾ ਲੱਭਦਾ ਕਿਤੇ? ਜਿਸ ਵੇਲੇ ਪ੍ਰਭਾਤ ਵੇਲੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਪੂਰਬ ਚੋਂ ਨਿਕਲਦੀਆਂ ਨੇ, ਹਨੇਰਾ ਉੱਥੋਂ ਛਟਣਾ ਸ਼ੁਰੂ ਹੋ ਜਾਂਦਾ। ਜਿਉਂ-ਜਿਉਂ ਕਿਰਨਾਂ ਨਿਕਲਦੀਆਂ ਜਾਂਦੀਆਂ ਹਨੇਰਾ ਤਿਉਂ-ਤਿਉਂ ਦੂਰ ਹੁੰਦਾ ਜਾਂਦਾ। ਜਦੋਂ ਸੂਰਜ ਬਾਹਰ ਆ ਗਿਆ ਹਨੇਰਾ ਲੱਭਦਾ ਹੀ ਨਹੀਂ ਹੈ। ਜਿੰਨਾ ਜਿੰਨਾ ਪਿਆਰ ਕਰੋਗੇ ਗੁਰਬਾਣੀ ਨੂੰ, ਜਿੰਨਾ ਗੁਰਬਾਣੀ ਨੂੰ ਸਮਝਣ ਵਾਲੇ ਪਾਸੇ ਤੁਰੀ ਜਾਓਗੇ, ਹੰਕਾਰ ਆਪੇ ਮਿਟੀ ਜਾਏਗਾ। ਹੰਕਾਰ ਨੂੰ ਭਜਾਉਣ ਲਈ ਕੋਈ ਜ਼ੋਰ ਲਾਉਣ ਦੀ ਲੋੜ ਨਹੀਂ ਹੈ। ਹੰਕਾਰ ਹਨੇਰਾ ਹੈ। ਅੰਦਰ ਚਾਨਣ ਕਰੀ ਜਾਓ, ਗੁਰਬਾਣੀ ਨੂੰ ਪਿਆਰ ਕਰੋ, ਗੁਰਬਾਣੀ ਨੂੰ ਰੋਜ਼ ਪਿਆਰ ਨਾਲ ਪੜੋ, ਗੁਰਬਾਣੀ ਨੂੰ ਸਮਝੋ। ਜਦੋਂ ਹਨੇਰਾ ਮਿਟ ਗਿਆ ਨਾ, ਹਨੇਰਾ ਹੰਕਾਰ ਮਿਟ ਗਿਆ ਤੇ ਰੱਬ ਆਪਣੀ ਮਿਲ ਜਾਏਗਾ। ਹਉਮੈ ਜਾਈ ਤਾਂ ਕੰਤ ਸਮਾਈ। ਜਿੱਥੇ ਹੰਕਾਰ ਨਹੀਂ ਹੋਏਗਾ ਉੱਥੇ ਨਿਰੰਕਾਰ ਹੀ ਹੋਵੇਗਾ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਹੁਣ ਤੇ ਪ੍ਰਮਾਤਮਾ ਹੀ, ਹੋਰ ਕੁਝ ਨਹੀਂ। ਹੁਣ ਤੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਹੁਣ ਤੇ ਤੂੰ ਕਰਤਾ, ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ। ਜਦ ਦੇਖੋ, ਜਦੋਂ ਅੰਦਰੋਂ ਆਪਾਂ ਭਾਵਨਾ ਪਕੜ ਖਤਮ ਹੋ ਗਈ, ਹੰਕਾਰ ਮਿਟ ਗਿਆ, ਹੁਣ ਤੇ ਜਿੱਧਰ ਦੇਖੋਗੇ ਪ੍ਰਮਾਤਮਾ ਹੀ ਹੈ। ਅੰਦਰ ਬਾਹਰ ਸਾਰੇ ਥਾਵਾਂ ਤੇ ਪ੍ਰਮਾਤਮਾ ਨਜ਼ਰ ਆਏਗਾ। ਪਰ ਕਦੋਂ? ਸਤਿਗੁਰੂ ਜੀ ਕਹਿੰਦੇ ਜਦੋਂ ਗੁਰੂ ਕੇ ਬਚਨਾਂ ਦੇ ਨਾਲ ਪਿਆਰ ਬਣਾ ਲਓਗੇ। ਸਤਿਗੁਰੂ ਜੀ ਨੇ ਬਚਨ ਕਹੇ ਨੇ ਕਿ ਜਿਹੜਾ ਗੁਰੂ ਕੇ ਬਚਨਾਂ ਨਾਲ ਪਿਆਰ ਬਣਾਉਂਦਾ ਹੈ, ਆਪੇ ਮੇਲੇ ਭਰਮ ਚੁਕਾਇਆ। ਪਰਮਾਤਮਾ ਆਪੇ ਉਹਨੂੰ ਆਪਣੇ ਵਿੱਚ ਵਿਲੀਨ ਕਰ ਲੈਂਦਾ ਹੈ। ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ 'ਚ ਬਚਨ ਕਹਿੰਦੇ ਕਿ ਪਰਮਾਤਮਾ ਬਾਹੋਂ ਫੜ ਕੇ ਆਪਣਾ ਆਪ ਬਣਾ ਲੈਂਦਾ ਹੈ। ਬਾਹੋਂ ਫੜ ਕੇ ਆਪ, ਉਹਨੂੰ ਕਹਿਣ ਦੀ ਲੋੜ ਨਹੀਂ ਹੈ ਫਿਰ, ਕਿਉਂਕਿ ਗੁਰੂ ਕੇ ਬਚਨਾਂ ਨਾਲ ਹੀ ਅੰਦਰੋਂ ਭਰਮ ਮਿਟਦਾ ਹੈ, ਭਟਕਣਾ ਮੁੱਕਦੀ ਹੈ। ਗੁਰੂ ਕੇ ਬਚਨਾਂ ਨਾਲ ਅਸੀਂ ਪ੍ਰਮਾਤਮਾ ਦੇ ਪਿਆਰ ਜੁੜਦੇ ਹਾਂ। ਪ੍ਰਮਾਤਮਾ ਆਪੇ ਸਾਨੂੰ ਫਿਰ ਆਪਣੇ ਨਾਲ ਮੇਲ ਲੈਂਦਾ। ਬੇਮੁਹਤਾਜ ਬੇਅੰਤ ਅਪਾਰਾ। ਸਾਡਾ ਉਹ ਪ੍ਰਮਾਤਮਾ ਬੇਮੁਹਤਾਜ ਹੈ, ਉਹਨੂੰ ਕਿਸੇ ਦੀ ਕੋਈ ਮੁਹਤਾਜਗੀ ਨਹੀਂ। ਬੇਮੁਹਤਾਜਾ ਬੇਪਰਵਾਹ। ਉਹ ਬੇਅੰਤ ਵੀ ਹੈ, ਉਹਦਾ ਕੋਈ ਅਜੇ ਤੱਕ ਅੰਤ ਨਹੀਂ ਪਾ ਸਕਿਆ।
वो अपर अपार भी है, ਉਹਦਾ कोई पारावार नहीं पा सकिया, किसी भी पक्ष तो अंत नहीं पा सकते। वो बेमुहताज, ਉਹਨੂੰ किसी की कोई मुताजगी नहीं है। ਉਹਨੂੰ ਇਹ नहीं कि मैनू कोई बहुते लोग मत्थे टेकणगे तो मैं वड्डा बन जावांगा, ये नहीं है। ये साडे ही मनां च एक भरम है। कई लोग कहते जी रब रब करना शायद रब की कोई खुशामद है, जां रब इदां कोई बहुता खुश हो, जिन्ना मर्जी कह जो इदां थोड़ा रब खुश होएगा। रब रब कीतियां रब खुश नहीं होएगा। राम राम सब को कहे राम ना होए। बड़े ने राम राम कर दे, बड़े ने मेरे अगे वाहिगुरू वाहिगुरू होंदे तो रब इदां खुश हो जाएगा कोई? रब तो खुश उदों होएगा जो असीं अपनी करनी वधिया बना लवांगे। करनी बाबा फरीद साहब जी ने कहा सी, मैनू परमात्मा ने कहा फरीदा आप सवारे मैं मिले, मैं मिलिया सुख होए। फरीदा जे तू मेरा होए रहें सब जग तेरा। अपने आप को सवार ले, अपने आप को सवार लेंगा तो मैं आपे मिल जावांगा। गुरु कोल आउण दा अर्थ है अपने आप को सवारना, बाणी पढ़न दा अर्थ है अपने आप को सवारना, धर्म ग्रंथ पढ़न दा अर्थ है अपने आप को सवारना। अपने आप को सवारन का अर्थ कि अपने अंदरों बुराइयां नूं खत्म करी जाना। बाणी पढ़ते हैं जे एक एक बचन भी साडे अंदर वसी जाए, कमाई जाइए। गुरबाणी कहती पर का बुरा ना राखो चीत, दूजियां दा बुरा ना सोचिया करो, दूजियां दी निंदा चंगी नहीं है, दूजियां दा हक ना मारो, सच दा साथ दिओ। इस मार्ग ते चलांगे समझो असीं अपने आप को सवार रहे हैं। हुण जदों असीं अपने आप को सवार लांगे ना ते सानू रब नूं लभण दी लोड़ नहीं, रब सानू लभेगा। फिर पाछे लागो हर फिरे कहत कबीर कबीर, वो तो मगर मगर तुरया फिरेगा। फिर सानू रब मगर जान की लोड़ नहीं, दुनिया सानू आपे कहेगी ये रब वर्ग है। भाई इन्ना वधिया सवाए तो रब वर्ग है। दुनिया कहने लिए मजबूर हो जाती है तो बंदा रब वर्ग है। कदों जदों असीं अपने आप को सवार लईए। पर बंदा अपने आप को सवारना नहीं चाहता। सतगुरु साहब जी कहते ने सच भतीजा करने हारा। वो जड़ा परमात्मा बेमुहताज है, बेपरवाह है, अपर अपार है, सारे जगत नूं जड़ा करन वाला है ना, वो रीझना सच दे उपर। वो भेख ते नहीं रीझना, लिबास ते नहीं रीझना, वो अडंबर ते नहीं रीझना। जे तुसी सच दे धारणी बन जाओगे तो वो अपने आप तुहाडे ते पतीज जाएगा, प्रसन्न हो जाएगा, वो तुहाडे ते खुश हो जाएगा। नानक भूले गुर समझ आवे। धन गुरु नानक साहब जी आखिरी पंक्ति च कहते हैं कि साडा मन जिहड़ा भुलिया होया, असीं भुले होए हैं सारे संसारी जीव, क्योंकि साडे कोल मत नहीं, मत थोड़ी है साडी, इस करके असीं भुले होए हैं। ते भुलिया होया नूं गुरु ही समझा सकदा है। परमात्मा ने बड़ी रहमत कीती कि सतगुरु नूं धरती ते भेजिया। सतगुरु विच आप रखे उन्हें घर प्रगट आख सुनाया। गुरु दे विच परमात्मा आ बैठा होया। ये वड्डे भाग हुंदे ने जिन्हां नूं गुरु कोल आउण दा मौका मिलदा है, जिहड़े गुरु दी हजूरी च आन। जिन मस्तक तुर हर लिखिया ते ना सतगुर मिलिया राम राजे। जिन्हां दे धुरों वाहिगुरू जी ने भाग चंगे लिखदे पे वो गुरु की हजूरी च आउंदे ने, वो गुरु की बख्शिश के पात्र बन जाते हैं। गुरु के मार्ग से चल के गुरु की रहमत के पात्र बन जाते हैं। गुरु साडे मन नूं ही समझाउंदा है। देखो गुरु पासों जे सब कुछ लेना है, क्योंकि साडा गुरु कोल आउण दा तरीका लोकां वल देखा देखी ना, असीं उही कुछ करना शुरू कर दिता। इहदे च कोई शक नहीं, गुरु समर्थ है, गुरु हर चीज का दाता है। पर गुरु पासों दाता मंगण की बजाय गुरु पासों असीं मत मंग लीए ना, मत कि सतगुरु जी सानू अपनी मत दे दिओ, ते बाकी चीज़ां आपे मगर मगर भजियां आ जाणगियां। 9 निधि 18 सिद्धि पिछे लगियां फिरै, जो हर हिरदे सदा वसाए। ये रिधियां सिद्धियां तो मगर मगर भजियां फिरनगियां, पदार्थ अपने मगर मगर भजी फिरनगे। पर कदों जदों गुरु की मत साडे हिरदे टिक जाए। आपां ते गुरु कोल आके ज्ञान मंगणे, रोज अरदास करते हैं, बचन पढ़ते, गुरा एक देह बुझाई सबना जियां का एक दाता, सो मैं विसर न जाई। सतगुरु जी सानू एक समझ बख्श दिओ, सूझ-बूझ बख्श दिओ। बुझाई का अर्थ है कि सानू एक सूझ बख्श दिओ। गुरु पासों असीं सूझ-बूझ लैण लई आउणे, गुरु पासों असीं ज्ञान लैण लई आउणे, गुरु पासों असीं मत लैण लई आउणे। जदों इस भावना नाल गुरु कोल आवांगे कि गुरु पासों कुछ मत लैनी है, इस भावना नाल बाणी पढ़ांगे कि गुरु की बाणी पढ़दे कोई ज्ञान प्राप्त करने, सच जानना, साडा अपना आप सवरना शुरू हो जाएगा।
ਜਦੋਂ ਅਸੀਂ ਆਪਣੇ ਆਪ ਨੂੰ ਸਵਾਰ ਲਿਆ, ਸਾਡਾ ਬੋਲ ਸਵਰ ਗਿਆ, ਸਾਡਾ ਮਨ ਸਵਰ ਗਿਆ, ਤੇ ਵਾਹਿਗੁਰੂ ਆਪਣੇ ਆਪ ਹੀ ਸਾਡੇ ਤੇ ਪ੍ਰਸੰਨ ਹੋ ਜਾਏਗਾ। ਦੇਖੋ ਨਾ, ਸਮਾਜ ਵਿੱਚ ਕੋਈ ਬੰਦਾ ਚੰਗੇ ਬੋਲ ਬੋਲੇ, ਉਹਦੇ ਕੰਮ ਚੰਗੇ ਹੋਣ ਤੇ ਦੁਨੀਆ ਉਹਦੇ ਤੇ ਕੁਦਰਤੀ ਖੁਸ਼ ਹੋ ਜਾਂਦੀ ਹੈ। ਇਹ ਬੰਦਾ ਬੜਾ ਵਧੀਆ, ਇਹਦੇ ਬੋਲ ਬੜੇ ਪਿਆਰੇ ਨੇ। ਆਮ ਦੁਨੀਆ ਸਮਾਜ ਦੀ ਇੱਕ ਰੀਤ ਹੈ ਕਿ ਔਗੁਣੇ ਆ ਰਹੇ ਮਾਨਸੇ ਭਲੋ ਨਾ ਕਹੇ ਕੋਈ। ਔਗੁਣਾ ਵਾਲਿਆਂ ਨੂੰ ਕੋਈ ਚੰਗਾ ਨਹੀਂ ਕਹਿੰਦਾ, ਗੁਣਾ ਵਾਲਿਆਂ ਦੀ ਤਾਰੀਫ ਕਰਦੇ ਨੇ ਸਾਰੇ, ਗੁਣਾ ਵਾਲਿਆਂ ਨੂੰ ਐਪਰੀਸ਼ੀਏਟ ਕਰਦੇ ਨੇ ਸਾਰੇ। ਤੇ ਪਰਮਾਤਮਾ ਦਾ ਵੀ ਇਹੀ ਸੁਭਾਅ ਹੈ। ਤੁਸੀਂ ਗੁਣਾ ਵਾਲੇ ਬਣ ਜਾਓ, ਗੁਰੂ ਪਾਸੋਂ ਗੁਣ ਗ੍ਰਹਿਣ ਕਰ ਲਓ, ਪਰਮਾਤਮਾ ਆਪਣੇ ਆਪ ਹੀ ਆ ਕੇ ਮਿਲ ਪਏਗਾ, ਗਲਵੱਕੜੀ ਚ ਲੈ ਲਏਗਾ। ਸਤਿਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਨਾਨਕ ਭੂਲੇ ਗੁਰ ਸਮਝਾਵੇ, ਏਕ ਦਿਖਾਵੇ ਸਾਚ ਟਿਕਾਵੇ। ਇਹ ਭਾਈ ਗੁਰੂ ਭੁੱਲਿਆਂ ਨੂੰ ਸਮਝਾਉਂਦਾ ਹੈ, ਤੇ ਗੁਰੂ ਮਨੁੱਖ ਨੂੰ ਇੱਕ ਪ੍ਰਮਾਤਮਾ ਦੇ ਪਿਆਰ 'ਚ ਜੋੜਦਾ ਹੈ। ਗੁਰੂ ਮਨੁੱਖ ਨੂੰ ਸੱਚ ਵਿੱਚ ਲਿਵਲੀਨ ਕਰ ਦਿੰਦਾ ਹੈ। ਜਿੰਨਾ ਚਿਰ ਅਸੀਂ ਗੁਰੂ ਦੀ ਮੱਤ ਮਗਰ ਨਹੀਂ ਚੱਲਾਂਗੇ, ਉਹਨਾਂ ਚਿਰ ਮਨ ਅੰਧਲਾ, ਅੰਧਲੀ ਮੱਤ ਲੱਗੇ। ਸਾਡਾ ਮਨ ਅੰਨਾ ਰਹੇਗਾ, ਅੰਨੇ ਕਰਮ ਕਰੇਗਾ, ਕਿਉਂਕਿ ਮੱਤ ਅੰਨੀ ਹੈ, ਤੇ ਅੰਨੀ ਮੱਤ ਮਗਰ ਲਾ ਕੇ ਅਸੀਂ ਅੰਨੇ ਹੀ ਕਰਮ ਕਰਾਂਗੇ, ਅੰਨਿਆਂ ਵਾਲੇ ਕਰਮ ਕਰਾਂਗੇ। ਗੁਰ ਕਰਨੀ ਬਿਨ ਭਰਮ ਨਾ ਪਾਗੇ। ਗੁਰੂ ਦੀ ਦੱਸੀ ਕਰਨੀ ਤੋਂ ਬਿਨਾਂ, ਗੁਰੂ ਦੇ ਦੱਸੇ ਮਾਰਗ ਤੇ ਚੱਲਣ ਤੋਂ ਬਿਨਾਂ ਸਾਡੀ ਭਰਮ ਭਟਕਣਾ ਨਹੀਂ ਮੁੱਕਣੀ, ਅਸੀਂ ਸੁਖੀ ਨਹੀਂ ਹੋਣਾ। ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ ਕਿ ਜੋ ਗੁਰੂ ਨੇ ਸਾਨੂੰ ਮਾਰਗ ਦਿੱਤਾ ਹੈ, ਉਹਦੇ ਤੇ ਚੱਲ ਕੇ ਅਸੀਂ ਉਸ ਪਰਮਾਤਮਾ ਦੇ ਪਿਆਰ ਜੁੜੀਏ। ਜਦੋਂ ਅਸੀਂ ਗੁਰੂ ਦੇ ਦੱਸੇ ਮਾਰਗ ਤੇ ਚੱਲਾਂਗੇ, ਗੁਰੂ ਏਕ ਦਿਖਾਵੇ ਸਾਚ ਟਿਕਾਵੇ, ਸਾਨੂੰ ਇੱਕ ਸੱਚ ਵਿੱਚ ਲਿਵਲੀਨ ਕਰ ਦੇਵੇਗਾ। ਸਤਿਗੁਰੂ ਜੀ ਬਖਸ਼ਿਸ਼ ਕਰਨ, ਇਹ ਬਚਨ ਸਾਡੇ ਹਿਰਦਿਆਂ 'ਚ ਵਸਣ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੂਹ ਸੰਗਤਾਂ ਤੇ ਮਿਹਰ ਪ੍ਰਿਆਤ ਰੱਖਣ। ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਰਤਾਰ ਕਰਨ ਜੀ। ਪਿਆਰ ਸਤ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।